अदरवाइज़ अगर तुसी देखो कि ਜਿਹੜੇ नॉर्मली ਉਹ मूवी सिर्फ बनाई गई ਹੁੰਦੀ ਹੈ पर ਉਹ वर्चुअली ਤੁਹਾਨੂੰ 3D ਉਹਨੂੰ ਬਣਾਇਆ ਜਾਂਦਾ, मतलब ਤੁਹਾਨੂੰ ਗਲਾਸਿਸ ਅਗਰ ਤੁਸੀਂ ਪਹਿਨੋਗੇ ਤਾਂ ਤੁਹਾਨੂੰ 3D ਲੱਗਣੀ। ਸੋ ਵਰਚੁਅਲ ਫੰਕਸ਼ਨਸ ਦਾ ਮਤਲਬ ਕਿ ਉਹ ਫੰਕਸ਼ਨਸ ਜਿਹੜੇ ਦੇਖਣ ਨੂੰ ਕੁਛ ਹੋਰ ਲੱਗਦੇ ਪਰ ਕੰਮ ਕੁਛ ਹੋਰ ਕਰਦੇ ਆ, ਇੱਥੇ ਵਰਚੁਅਲ ਫੰਕਸ਼ਨਸ ਦਾ ਮਤਲਬ ਇਹ ਨਿਕਲਦਾ। ਠੀਕ ਹੈ, ਸੋ ਪੋਲੀਮੋਰਫਿਜ਼ਮ ਦੀਆਂ ਇਹਨਾਂ ਟਾਈਪਸ ਨੂੰ ਪੜ੍ਹਨ ਲਈ ਮਤਲਬ ਕੰਪਾਈਲ ਟਾਈਮ ਤਾਂ ਆਪਾਂ ਪੜ੍ਹ ਲਈਆਂ, ਫੰਕਸ਼ਨ ਓਵਰਲੋਡਿੰਗ ਵੀ ਪੜ੍ਹ ਲਈ, ਓਪਰੇਟਰ ਓਵਰਲੋਡਿੰਗ ਵੀ ਪੜ੍ਹ ਲਈ। ਵਰਚੁਅਲ ਫੰਕਸ਼ਨਸ ਨੂੰ ਪੜ੍ਹਨ ਤੋਂ ਪਹਿਲਾਂ ਸਾਨੂੰ ਪੁਆਇੰਟਰਸ ਪੜ੍ਹਨੇ ਪੈਂਦੇ। ਠੀਕ ਹੈ, ਪੁਆਇੰਟਰਸ ਦੇ ਨਾਲ ਅਸੀਂ ਪੋਲੀਮੋਰਫਿਜ਼ਮ ਕਰ ਸਕਦੇ ਹਾਂ, ਰਨ ਟਾਈਮ ਪੋਲੀਮੋਰਫਿਜ਼ਮ। ਠੀਕ ਹੈ, ਰਨ ਟਾਈਮ ਪੋਲੀਮੋਰਫਿਜ਼ਮ ਜਿਹੜੀ ਹੈ ਆਪਾਂ ਨੂੰ ਇੰਪਲੀਮੈਂਟ ਕਰਨ ਲਈ ਪੁਆਇੰਟਰਸ ਦਾ ਯੂਜ਼ ਕਰਨਾ ਪੈਂਦਾ। ਸੋ ਪੁਆਇੰਟਰਸ ਮੈਂ ਥੋੜ੍ਹਾ ਜਿਹਾ ਰਿਵਾਈਜ਼ ਕਰ ਦਿੰਦਾ। ਪੁਆਇੰਟਰਸ ਹੁੰਦੇ ਆ ਕਿ ਸਪੈਸ਼ਲ ਵੇਰੀਏਬਲ, ਇਟ ਇਜ਼ ਅ ਸਪੈਸ਼ਲ ਵੇਰੀਏਬਲ which holds the address of another variable, which holds the address of another variable। ठीक है, pointer एक स्पैशल वेरीएबल होंगे ਜਿਹੜੇ ਕਿਸੇ ਹੋਰ वेरीएबल ਦਾ ਐਡਰੈਸ ਲੈਂਦੇ ਆ। ਫॉर एग्जांपल ਜਿਵੇਂ ਆਪਾਂ ਡਿਕਲੇਅਰ ਕਰਦੇ ਹਾਂ int a ਤੇ ਮੈਮਰੀ ਦੇ ਵਿੱਚ a ਨੂੰ ਇੱਕ ਮੈਮਰੀ ਐਲੋਕੇਟ ਹੋ ਜਾਂਦੀ ਹੈ ਜਿਹਦਾ ਐਡਰੈਸ ਮੰਨ ਲਓ ਤੁਹਾਡਾ 1000 ਐਡਰੈਸ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਲਿਖਦੇ ਹੋ a ਇਜ਼ ਇਕੁਅਲ ਟੂ 10, ਇਟ ਮੀਨਸ ਦਿਸ 10 ਇਜ਼ ਬੀਇੰਗ ਸਟੋਰਡ ਐਟ ਦਿਸ ਪਰਟੀਕੂਲਰ ਐਡਰੈਸ, ਕਿ ਆਹ 10 ਜਿਹੜਾ ਇੱਥੇ ਸਟੋਰ ਹੁੰਦਾ ਉਹ। ਠੀਕ ਹੈ, ਜਿਵੇਂ ਸਾਡੇ ਘਰਾਂ ਦੇ ਅੰਦਰ ਹੈ ਕਿ ਅਸੀਂ ਅੰਦਰ ਮੈਂਬਰਸ ਰਹਿੰਦੇ ਹਾਂ ਪਰ ਸਾਡੇ ਘਰ ਦਾ ਹਰੇਕ ਦਾ ਅਲੱਗ ਅਲੱਗ ਐਡਰੈਸ ਹੁੰਦਾ, ਉਸੇ ਤਰ੍ਹਾਂ ਜਦੋਂ ਤੁਸੀਂ ਇੱਥੇ ਵੇਰੀਏਬਲਸ ਡਿਕਲੇਅਰ ਕਰਦੇ ਹੋ C++ ਦੇ ਵਿੱਚ ਜਾਂ C ਦੇ ਵਿੱਚ, ਅਤੇ ਉਹਨਾਂ ਨੂੰ ਰੈਮ ਦੇ ਵਿੱਚ ਇੱਕ ਮੈਮਰੀ ਐਲੋਕੇਟ ਹੋ ਜਾਂਦੀ, ਇੱਕ ਐਡਰੈਸ ਐਲੋਕੇਟ ਹੋ ਜਾਂਦਾ, ਉਸ ਐਡਰੈਸ ਦੇ ਉੱਤੇ ਜਿਹੜੀ ਵੈਲਿਊ ਹੁੰਦੀ ਤੁਹਾਡੀ ਇਨੀਸ਼ੀਅਲਾਈਜ਼ ਕੀਤੀ ਗਈ ਹੁੰਦੀ। ਠੀਕ ਹੈ, ਮੈਮਰੀ ਐਲੋਕੇਟ ਹੋਣ ਤੋਂ ਬਾਅਦ ਤੁਸੀਂ ਵੈਲਿਊ ਇੱਥੇ ਅਸਾਈਨ ਕਰਦੇ ਹੋ। ਹੁਣ ਕੀ ਹੁੰਦਾ ਕਿ A ਨੂੰ ਤੁਸੀਂ 10 ਤੇ ਅਸਾਈਨ ਕਰਤਾ, ਬਟ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ A ਕਿਹੜੇ ਐਡਰੈਸ 'ਤੇ ਪਿਆ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਫੰਕਸ਼ਨ ਯੂਜ਼ ਕਰਨਾ ਪੈਂਦਾ ਐਡਰੈਸ ਆਫ A। ਐਡਰੈਸ ਆਫ A ਕੀ ਕਰਦਾ, A ਦੇ ਐਡਰੈਸ ਨੂੰ ਚੱਕ ਲੈਂਦਾ, ਮਤਲਬ ਉਹਨੂੰ ਅਸੈਸ ਕਰ ਲੈਂਦਾ, ਪਰ ਇਹਦੀ ਵੈਲਿਊ ਨੂੰ ਸਟੋਰ ਕਰਾਉਣ ਲਈ ਸਾਨੂੰ ਇੱਕ ਪੁਆਇੰਟਰ ਵੇਰੀਏਬਲ ਲੈਣਾ ਪੈਂਦਾ। ਮੰਨ ਲਓ ਪੁਆਇੰਟਰ ਵੇਰੀਏਬਲ ਹੈਗਾ B। ਠੀਕ ਹੈ, ਸੋ B ਦੇ ਵਿੱਚ ਆਪਾਂ ਐਡਰੈਸ ਆਫ A ਪਾਵਾਂਗੇ ਅਤੇ ਹੁਣ B ਆਪਾਂ ਉੱਪਰ ਡਿਕਲੇਅਰ ਨਹੀਂ ਕੀਤਾ, ਅਤੇ ਇਹਨੂੰ ਡਿਕਲੇਅਰ ਕਿਵੇਂ ਕਰਨਾ, ਇੰਟ ਸਟਾਰ B। ਠੀਕ ਹੈ, ਸੋ ਸਟਾਰ ਜਿਹੜਾ ਹੈਗਾ ਇਹਦੇ ਨਾਲ ਆਪਾਂ ਅਗਰ ਕਿਸੇ ਵੇਰੀਏਬਲ ਦੇ ਅੱਗੇ ਸਟਾਰ ਲੱਗਿਆ ਇਟ ਮੀਨਸ ਇਟ ਇਜ਼ ਅ ਪੁਆਇੰਟਰ। ਹੁਣ ਪੁਆਇੰਟਰ ਵੇਰੀਏਬਲ ਦੀ ਖਾਸੀਅਤ ਕੀ ਹੁੰਦੀ ਹੈ ਕਿ ਐਡਰੈਸ ਜਿਹੜਾ ਹੈ ਉਹ ਤੁਹਾਡਾ ਨੂਮੈਰਿਕ ਹੋਵੇ, ਹੈਗਜ਼ਾਡੈਸੀਮਲ ਹੋਵੇ, ਜਿਹੜਾ ਮਰਜ਼ੀ ਹੋਵੇ, ਵੀ ਆਰ ਨੋਟ ਬੋਦਰਿੰਗ ਅਬਾਊਟ ਦ ਟਾਈਪ ਆਫ ਦ ਐਡਰੈਸ। ਦੇਖੋ ਹੁਣ ਐਡਰੈਸ ਕਈਆਂ ਦਾ ਹਾਊਸ ਨੰਬਰ ਦੇ ਹਿਸਾਬ ਨਾਲ ਹੁੰਦਾ। ਠੀਕ ਹੈ, ਪਿੰਡਾਂ 'ਚ ਹਾਊਸ ਨੰਬਰ ਹੁੰਦਾ ਨਹੀਂ, ਸਿੱਧਾ ਹੀ ਸਨ ਆਫ ਚੱਲਦਾ ਹੈ ਵੀ ਸਨ ਆਫ ਫਲਾਨਾ ਸਿੰਘ, ਅਤੇ ਉਹ ਪਤਾ ਲੱਗਦਾ ਕਿ ਉਹ ਬੰਦਾ ਕਿੱਥੇ ਰਹਿੰਦਾ। ਸੋ ਕਈਆਂ ਦਾ ਹਾਊਸ ਨੰਬਰ ਚੱਲਦਾ। ਹੁਣ ਇੱਥੇ ਨੂਮੈਰਿਕ ਵੈਲਿਊ ਹੋ ਗਈ, ਜਿਹੜੀ ਆਹ ਵਾਲੀ ਸਾਰੀ ਕਰੈਕਟਰਸ ਵੈਲਿਊਜ਼ ਹੋ ਗਈਆਂ, ਜਾਂ ਤੁਸੀਂ ਕਹਿ ਸਕਦੇ ਸਟਰਿੰਗ ਹੋ ਗਿਆ। ਸੋ ਕਹਿਣ ਦਾ ਮਤਲਬ ਕੀ ਹੈ ਕਿ ਪੁਆਇੰਟਰ ਦੀ ਟਾਈਪ ਜਿਹੜੀ ਹੈ, ਮਤਲਬ ਐਡਰੈਸ ਦੀ ਟਾਈਪ ਆਪਾਂ ਕਦੀ ਵੀ ਕੰਸੀਡਰ ਨਹੀਂ ਕਰਦੇ। ਅਸੀਂ ਕੀ ਕੰਸੀਡਰ ਕਰਦੇ ਹਾਂ ਕਿ ਜਿਹੜੀ ਵੈਲਿਊ ਸਟੋਰ ਕਰਨੀ ਹੈ ਉਹਦੀ ਟਾਈਪ ਕੀ ਹੈ। ਮਤਲਬ ਅਗਰ ਅਸੀਂ A ਦਾ ਐਡਰੈਸ ਹੋਲਡ ਕਰਾਉਣਾ ਤਾਂ A ਕਿਹੜੀ ਟਾਈਪ ਦਾ, ਅਗਰ A ਇੰਟੀਜਰ ਟਾਈਪ ਦਾ ਤਾਂ ਉਹਦਾ ਪੁਆਇੰਟਰ ਵੀ ਤੁਹਾਨੂੰ ਇੰਟੀਜਰ ਟਾਈਪ ਦਾ ਲੈਣਾ ਪੈਣਾ। ਅਗਰ ਤੁਸੀਂ ਕਰੈਕਟਰ A ਲੈ ਲਿਆ, ਹੁਣ A ਦਾ ਤੁਸੀਂ ਐਡਰੈਸ ਸਟੋਰ ਕਰਾਉਣਾ ਚਾਹੁੰਦੇ ਹੋ ਤਾਂ A ਜਿਹੜਾ ਕਿਹੜੀ ਟਾਈਪ ਦਾ ਕਰੈਕਟਰ, ਤਾਂ ਤੁਹਾਨੂੰ ਪੁਆਇੰਟਰ ਵੀ ਕਰੈਕਟਰ ਟਾਈਪ ਦਾ ਹੀ ਲੈਣਾ। ਇਹ ਦੀ ਸ਼ਰਤ ਹੈ ਵੀ ਤੁਸੀਂ ਪੁਆਇੰਟਰ ਜਿਹੜਾ ਉਹ ਸੇਮ ਟਾਈਪ ਦਾ ਹੀ ਲੈਂਦੇ ਹੋ ਜਿਸ ਟਾਈਪ ਦੀ ਤੁਹਾਡੀ ਵੈਲਿਊ ਹੁੰਦੀ ਹੈ, ਨਾ ਕਿ ਉਹਦਾ ਐਡਰੈਸ। ਬਸ ਇਹ ਯਾਦ ਰੱਖਣਾ, ਤੁਸੀਂ ਵੈਲਿਊ ਨੂੰ ਕੰਸੀਡਰ ਕਰਦੇ ਹੋ ਕਿ ਇੱਥੇ ਵੈਲਿਊ ਤੁਸੀਂ ਕੀ ਸਟੋਰ ਕਰ ਰਹੇ ਹੋ, 10A ਜਾਂ 20.0। ਅਗਰ 20.0 ਤੇ ਫਲੋਟ ਹੈ ਤਾਂ ਇਟ ਮੀਨਸ ਤੁਹਾਨੂੰ ਜਿਹੜਾ ਪੁਆਇੰਟਰ ਉਹ ਵੀ ਫਲੋਟ ਲੈਣਾ ਪਊਗਾ। ਠੀਕ ਹੈ, ਸਿਰਫ ਇਹਦੀ ਆਹ ਕੰਡੀਸ਼ਨ ਹੁੰਦੀ ਹੈ, ਯਾਦ ਰੱਖਣੀ ਪੈਂਦੀ। ਹੁਣ ਇਸੇ ਬੇਸਿਸ 'ਤੇ ਅਸੀਂ ਪੋਲੀਮੋਰਫਿਜ਼ਮ ਜਿਹੜੀ ਇੰਪਲੀਮੈਂਟ ਕਰਨੀ ਹੈ। ਠੀਕ ਹੈ, ਸੋ ਪੋਲੀਮੋਰਫਿਜ਼ਮ ਦੇ ਵਿੱਚ ਹੁਣ ਸਾਡਾ ਪੋਲੀਮੋਰਫਿਜ਼ਮ ਦੇ ਆਪਾਂ ਕੀ ਪੜ੍ਹਦੇ ਹਾਂ ਕਿ ਨਾਮ ਸੇਮ ਬਟ ਡਿਫਰੈਂਟ ਟਾਸਕ। ਬਟ ਕੰਮ ਕੀ ਕਰਨਗੇ ਉਹ ਡਿਫਰੈਂਟ ਬਟ ਡਿਫਰੈਂਟ ਟਾਸਕਸ। ਠੀਕ ਹੈ, ਸੋ ਹੁਣ ਇੱਥੇ ਮੰਨ ਲਓ ਕਿ ਅਸੀਂ ਇਨਹੈਰੀਟੈਂਸ ਦੀ ਹੈਲਪ ਦੇ ਨਾਲ ਰਨ ਟਾਈਮ ਕਿਉਂਕਿ ਹੁਣ ਸਾਡਾ ਮੁੱਦਾ ਹੈਗਾ ਰਨ ਟਾਈਮ ਪੋਲੀਮੋਰਫਿਜ਼ਮ ਇੰਪਲੀਮੈਂਟ ਕਰਨ ਦਾ, ਅਤੇ ਉਹਦੇ ਲਈ ਜਿਹੜੀ ਮਤਲਬ ਉਹਦੀ ਬੈਕਗਰਾਊਂਡ ਹੈ ਆਪਾਂ ਉਹ ਸਟੱਡੀ ਕਰ ਰਹੇ ਹਾਂ ਫਿਲਹਾਲ। ਸੋ ਰਨ ਟਾਈਮ ਪੋਲੀਮੋਰਫਿਜ਼ਮ ਇੰਪਲੀਮੈਂਟ ਕਰਨ ਲਈ ਆਪਾਂ ਕੀ ਕਰਦੇ ਹਾਂ, ਆਪਾਂ ਹਾਇਰਾਰਕੀ ਨੂੰ ਯੂਜ਼ ਕਰਦੇ ਹਾਂ, ਇਨਹੈਰੀਟੈਂਸ ਨੂੰ ਯੂਜ਼ ਕਰਦੇ ਹਾਂ। ਮੰਨ ਲਓ ਕਲਾਸ A ਬਣ ਗਈ, ਜਾਂ ਆਪਾਂ ਸਿੰਪਲ ਡਾਇਗਰਾਮੈਟਿਕਲੀ ਸਮਝਦੇ ਹਾਂ, ਇੱਕ A ਕਲਾਸ ਹੈ, ਇੱਕ ਇਹਦੀ B ਕਲਾਸ ਹੈਗੀ, ਇਹਦੀ ਇੱਕ C ਕਲਾਸ ਹੈਗੀ। ਠੀਕ ਹੈ, A ਹੋ ਗਈ ਬੇਸ ਜਾਂ ਪੇਰੈਂਟ ਜਿਹਨੂੰ ਤੁਸੀਂ ਕਹਿ ਸਕਦੇ ਹੋ। ਠੀਕ ਹੈ, ਅਤੇ ਆਹ ਤੁਹਾਡੀ ਹੋ ਗਈਆਂ ਚਾਈਲਡ ਕਲਾਸਿਸ ਜਾਂ ਡਿਰਾਈਵਡ ਆਪਾਂ ਕਹਿ ਦਿੰਦੇ ਹਾਂ। ਡਿਰਾਈਵਡ ਕਲਾਸਿਸ ਹੋ ਗਈਆਂ B ਅਤੇ C। ਹੁਣ A ਦੇ ਵਿੱਚ ਕੋਈ ਆਪਣਾ ਫੰਕਸ਼ਨ ਹੈਗਾ, ਕੋਈ ਵੀ ਫੰਕਸ਼ਨ ਦਾ ਨਾਮ ਲੈ ਲਓ ਤੁਸੀਂ, ABC ਸਮਥਿੰਗ, ਇਹ ਫੰਕਸ਼ਨ ਹੈ। ਠੀਕ ਹੈ, ਹੁਣ ਇਹ ਫੰਕਸ਼ਨ ਕੁਛ ਕੰਮ ਕਰਦਾ, ਕੋਈ ਵੀ ਕੰਮ ਕਰਦਾ ਹੈ, ਮਤਲਬ ਆਪਾਂ ABC ਕੋਈ ਵੀ ਟਾਸਕ ਕਰਦਾ ਪਿਆ, ਇਹ ਕੁਛ ਟਾਸਕ ਇਹ ਪਰਫੋਰਮ ਕਰ ਰਿਹਾ। ਹੁਣ ਇਸੇ ਟਾਸਕ ਨੂੰ
ਜਿਹੜਾ ਪੇਰੈਂਟ ਸੀਗਾ ਉਹ ਕਿਸੇ ਹੋਰ ਢੰਗ ਨਾਲ ਕਰਦਾ ਸੀ, ਉਹਦਾ ਜਿਹੜਾ ਬੱਚਾ ਹੈ ਉਹ ਮੰਨ ਲਓ ਉਸ ਨੂੰ ਉਸੇ ਕੰਮ ਨੂੰ ਕਰਦਾ ਪਰ ਉਹਦਾ ਕਰਨ ਦਾ ਢੰਗ ਹੋਰ ਹੈ। ਮੰਨ ਲਓ ਤੁਸੀਂ ਦੇਖ ਲਓ ਕਿ ਅਗਰ ਕੋਈ ਫਾਦਰ ਫਾਰਮਰ ਹੈ ਅਤੇ ਉਹਦਾ ਅੱਗੇ ਬੱਚਾ ਵੀ ਉਹਦਾ ਫਾਰਮਰ ਵੀ ਬਣ ਗਿਆ, ਹੈਰੀਡਿਟੀ 'ਚ ਉਹਨੂੰ ਉਹ ਗੁਣ ਮਿਲ ਗਿਆ, ਪਰ ਇਹਦਾ ਪੇਰੈਂਟ ਦਾ ਫਾਰਮਿੰਗ ਕਰਨ ਦਾ ਢੰਗ ਕੁਛ ਹੋਰ ਹੋਊਗਾ, ਬੱਚੇ ਦਾ ਕੁਛ ਹੋਰ ਹੋਊਗਾ, ਠੀਕ ਹੈ। ਬਟ ਅਲਟੀਮੇਟਲੀ ਫੰਕਸ਼ਨ ਦੋਨਾਂ ਦਾ ਕੀ ਹੈ, ਸੇਮ ਫਾਰਮਿੰਗ, ਬਟ ਟੈਕਨੀਕਲੀ ਦੇ ਆਰ ਡਿਫਰੈਂਟ ਬਿਕੋਜ਼ ਦੇ ਆਰ ਡੂਇੰਗ ਦ ਫਾਰਮਿੰਗ ਇਨ ਅ ਡਿਫਰੈਂਟ ਵੇ, ਠੀਕ ਹੈ। ਸੋ ਇਹ ਕੇਸ ਸਾਡੀ ਕਲਾਸਿਸ 'ਚ ਵੀ ਹੋ ਸਕਦਾ ਕਿ ਇਹ ਇੱਕ ਫਾਦਰ ਹੈ, ਇਹਦੇ ਦੋ ਅੱਗੇ ਬੱਚੇ ਹੋ ਗਏ, ਦੋ ਚਾਈਲਡ ਹੋ ਗਏ, ਦੋਨੇ ਸੇਮ ਫੰਕਸ਼ਨ ਨੂੰ ਕੰਮ ਕਰਦੇ ਪਰ ਇਹਨਾਂ ਦਾ ਕੰਮ ਕਰਨ ਦਾ ਢੰਗ ਅਲੱਗ-ਅਲੱਗ ਹੈ। ਹੁਣ ਨੇਮ ਸੇਮ ਹੋ ਗਏ, ਇੱਥੇ ਵੀ ABC, ਇੱਥੇ ਵੀ ABC, ਇੱਥੇ ਵੀ ABC, ਤਿੰਨਾਂ ਦਾ ਨਾਮ ਸੇਮ ਹੋ ਗਿਆ। ਹੁਣ ਕੰਮ ਹਰੇਕ ਦਾ ਅਲੱਗ-ਅਲੱਗ ਹੈ, ਠੀਕ ਹੈ। ਸੋ ਹੁਣ ਜਦੋਂ ਆਪਾਂ ਇਹਨੂੰ ਕਾਲ ਕਰਦੇ ਹਾਂ ਤਾਂ ਤੁਹਾਨੂੰ ਯਾਦ ਹੋਊਗਾ ਆਪਾਂ ਕੀ ਬਣਾਉਂਦੇ ਸੀ, ਡਿਰਾਈਵਡ ਕਲਾਸ ਦੇ ਆਬਜੈਕਟ ਬਣਾਉਂਦੇ ਸੀ। ਅਸੀਂ ਆਬਜੈਕਟ ਬਣਾਉਂਦੇ ਸੀਗੇ ਡਿਰਾਈਵ ਕਲਾਸ ਦਾ। ਇਹਦਾ ਮਤਲਬ ਸਾਨੂੰ B ਦਾ ਅਲੱਗ ਆਬਜੈਕਟ ਬਣਾਉਣਾ ਪੈਣਾ OBJ1, C ਦਾ ਬਣਾਉਣਾ ਪੈਣਾ OBJ2, ਠੀਕ ਹੈ। ਸੋ OBJ1 ਦੇ ਨਾਲ ਤੁਸੀਂ ਜਦੋਂ ਵੀ ਇਸ ABC ਨੂੰ ਕਾਲ ਕਰੋਗੇ, ਠੀਕ ਹੈ, ਅਤੇ ABC ਕਿਹਦਾ ਕਾਲ ਹੁੰਦਾ, ਹਮੇਸ਼ਾ ਡਿਰਾਈਵਡ ਕਲਾਸ ਦਾ। ਹੁਣ ਜਿੱਦਾਂ ਮੰਨ ਲਓ OBJ1 ਹੈ, ਇਹ B ਕਲਾਸ ਦਾ ਹੈ ਨਾ, ਅਤੇ ਆਹ ABC ਦਾ ਥੱਲੇ ਵੀ ਆਇਆ ਹੋਊਗਾ ਪਰ ਕੰਮ ਅਲੱਗ ਹੋ ਗਿਆ, ਆਹ ABC ਵੀ ਥੱਲੇ ਆਇਆ ਹੋਊਗਾ। ਇਸ ਕੰਸੈਪਟ ਨੂੰ ਮਤਲਬ ਅਗਰ ਸੇਮ ਫੰਕਸ਼ਨ ਦੀ ਡੈਫੀਨੇਸ਼ਨ ਬੇਸ ਕਲਾਸ 'ਚ ਵੀ ਹੈ, ਸੇਮ ਫੰਕਸ਼ਨ ਦੀ ਡੈਫੀਨੇਸ਼ਨ ਡਿਰਾਈਵਡ ਕਲਾਸ 'ਚ ਵੀ ਹੈ, ਔਰ ਤੁਸੀਂ ਆਬਜੈਕਟ ਅਗਰ ਡਿਰਾਈਵਡ ਕਲਾਸ ਦਾ ਬਣਾਉਂਦੇ ਹੋ ਔਰ ਉਸ ਦੇ ਨਾਲ ਤੁਸੀਂ ਸੇਮ ਨੇਮ ਫੰਕਸ਼ਨ ਨੂੰ ਕਾਲ ਕਰਦੇ ਹੋ ਤੇ ਫੰਕਸ਼ਨ ਹਮੇਸ਼ਾ ਹੀ ਡਿਰਾਈਵਡ ਕਲਾਸ ਦਾ ਹੀ ਕਾਲ ਹੁੰਦਾ। ਮਤਲਬ ਨਾ ਚਾਹੁੰਦੇ ਹੋਏ ਵੀ ਤੁਸੀਂ ਕਦੀ ਪੇਰੈਂਟ ਕਲਾਸ ਦੇ ਫੰਕਸ਼ਨ ਨੂੰ ਕਾਲ ਨਹੀਂ ਕਰ ਸਕਦੇ, ਠੀਕ ਹੈ। ਇਹਨੂੰ ਆਪਾਂ ਫੰਕਸ਼ਨ ਓਵਰਰਾਈਡਿੰਗ ਕਹਿੰਦੇ ਆ। ਓਵਰਰਾਈਡਿੰਗ ਇਹ ਆਪਾਂ 2 ਨੰਬਰ 'ਚ ਵੀ ਕੁਐਸਚਨ ਆਉਂਦਾ ਹੁੰਦਾ ਐਗਜ਼ਾਮ 'ਚ, ਅਸੀਂ ਵਾਈਵੇ 'ਚ ਵੀ ਪੁੱਛਦੇ ਹਾਂਗੇ ਵਾਟ ਇਜ਼ ਫੰਕਸ਼ਨ ਓਵਰਰਾਈਡਿੰਗ। ਉਸ ਕੇਸ ਤੁਸੀਂ ਕਹਿਣਾ ਹੁੰਦਾ ਕਿ ਅਗਰ ਬੇਸ ਕਲਾਸ ਔਰ ਡਿਰਾਈਵਡ ਕਲਾਸ ਕੋਲ ਸੇਮ ਫੰਕਸ਼ਨ ਹੈ ਵਿਦ ਦ ਸੇਮ ਨੇਮ, ਠੀਕ ਹੈ, ਔਰ ਉਹ ਆਪਣਾ ਆਪਣਾ ਕੰਮ ਕਰ ਰਹੇ ਹੈ ਐਂਡ ਇਫ ਯੂ ਆਰ ਮੇਕਿੰਗ ਐਨ ਆਬਜੈਕਟ ਆਫ ਡਿਰਾਈਵਡ ਕਲਾਸ, ਅਗਰ ਤੁਸੀਂ ਡਿਰਾਈਵਡ ਕਲਾਸ ਦਾ ਆਬਜੈਕਟ ਬਣਾਉਂਦੇ ਹੋ ਦੈਨ ਇਟ ਵਿਲ ਆਲਵੇਜ਼ ਕਾਲ ਦ ਫੰਕਸ਼ਨ ਆਫ ਡਿਰਾਈਵਡ ਕਲਾਸ ਓਨਲੀ, ਠੀਕ ਹੈ। ਸੋ ਦਿਸ ਇਜ਼ ਕਾਲਡ ਫੰਕਸ਼ਨ ਓਵਰਰਾਈਡਿੰਗ। ਹੁਣ ਇਸੇ ਤਰ੍ਹਾਂ ਅਗਰ C ਦੇ ਆਬਜੈਕਟ 2 ਦੇ ਨਾਲ ਮੈਂ ABC ਕਾਲ ਕਰਾਂਗਾ ਅਤੇ ਤੁਹਾਡਾ ਹਮੇਸ਼ਾ ਫੰਕਸ਼ਨ ਕਿਹੜਾ ਕਾਲ ਹੋਊਗਾ, C ਕਲਾਸ ਦਾ। ਹੁਣ ਅਗਰ ਤੁਸੀਂ ਦੇਖੋ ਜਦੋਂ ਆਪਾਂ ਨਾਮ ਆਪਾਂ ਸੇਮ ਰੱਖੇ ਸੀ ਪਰ ਜਦੋਂ ਆਪਾਂ ਕਾਲਿੰਗ ਕੀਤੀ ਨਾਮ ਡਿਫਰੈਂਟ ਹੋ ਗਏ। ਮਤਲਬ ਇੱਥੇ ਆਪਾਂ ਆਬਜੈਕਟ 1 ਲਿਆ, ਇੱਥੇ ਆਬਜੈਕਟ 2 ਲਿਆ। ਅਗਰ ਇਹਨੂੰ ਤੁਸੀਂ ਪੂਰੇ ਨੂੰ ਪੜ੍ਹੋਗੇ ਤਾਂ ਸਾਨੂੰ ਸਾਫ਼ ਪਤਾ ਲੱਗਦਾ ਪਿਆ ਵੀ ਇਸ ABC ਨੂੰ ਕਾਲ ਕਰ ਰਿਹਾ OBJ1 ਯਾਨੀ ਕਿ B ਕਲਾਸ ਦਾ ABC ਕੀ ਕਾਲ ਹੋਊਗਾ, ਔਰ ਇੱਥੇ OBJ2 ਦੇ ਨਾਲ ਆਪਾਂ ਕਾਲ ਕਰ ਰਹੇ, ਇਹਦਾ ਮਤਲਬ C ਕਲਾਸ ਦਾ ਆਬਜੈਕਟ ਕਾਲ ਹੋਊਗਾ। ਅਤੇ ਇਹਦਾ ਮਤਲਬ ਜਿਹੜਾ ਸਾਡਾ ਮੇਨ ਮੁੱਦਾ ਸੀ ਪੋਲੀਮੋਰਫਿਜ਼ਮ ਦਾ ਕਿ ਨੇਮ ਸੇਮ ਹੋਣਗੇ, ਯਾਨੀ ਕਿ ਕਾਲ ਕਰਨ ਵੇਲੇ ਸਾਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਕਾਲ ਕਿਹਨੂੰ ਹੋ ਰਹੀ ਹੈ, ਠੀਕ ਹੈ। ਮਤਲਬ ਇੱਥੇ ਤਾਂ ਨਾਮ ਡਿਫਰੈਂਟ ਹੋ ਗਏ ਨੇ, ਇੱਥੇ OBJ1 ਆ ਗਿਆ, ਇੱਥੇ 2 ਆ ਗਿਆ, ਫਰਕ ਪੈ ਗਿਆ। ਸੋ ਇਹਦਾ ਮਤਲਬ ਸਾਨੂੰ ਇੱਕ ਇਹੋ ਜਿਹਾ ਹੱਲ ਚਾਹੀਦਾ ਕਿ ਅਸੀਂ ਨਾਮ ਸੇਮ ਕਾਲ ਕਰੀਏ। ਜਿੱਦਾਂ ਮੰਨ ਲਓ ਇੱਥੇ OBJ ABC ਕਾਲ ਕਰਾਂ, ਇੱਥੇ ਵੀ ਹੁਣ OBJ ABC ਕਾਲ ਕਰਾਂ ਅਤੇ ਇੱਥੇ ਵੀ ਮੈਂ ਹੁਣ OBJ.ABC ਕਾਲ ਕਰਾਂ। ਹੁਣ ਆਹ ਵਾਲਾ ABC ਆਟੋਮੈਟਿਕਲੀ ਪੇਰੈਂਟ ਦਾ ਹੋਣਾ ਚਾਹੀਦਾ, ਆਹ B ਕਲਾਸ ਦਾ ਹੋਣਾ ਚਾਹੀਦਾ, ਆਹ C ਕਲਾਸ ਦਾ ਹੋਣਾ ਚਾਹੀਦਾ, ਠੀਕ ਹੈ। ਤਾਂ ਪੋਲੀਮੋਰਫਿਜ਼ਮ ਕਹੀ ਜਾਊਗੀ। ਕਿਉਂਕਿ ਪੋਲੀਮੋਰਫਿਜ਼ਮ ਦਾ ਮੇਨ ਮੁੱਦਾ ਕੀ ਹੈ ਕਿ ਤੁਹਾਡੇ ਨਾਮ ਜਿਹੜੇ ਉਹ ਸੇਮ ਹੋਣੇ ਚਾਹੀਦੇ। ਹੁਣ ਇੱਥੇ ਨਾਮ ਸੇਮ ਹੋਏ, ਇਹਦਾ ਮਤਲਬ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਸਾਨੂੰ ਕੋਈ ਹੋਰ ਕੰਸੈਪਟ ਪੜ੍ਹਨਾ ਪਊਗਾ, ਦੈਟ ਇਜ਼ ਪੁਆਇੰਟਰ। ਹੁਣ ਆਪਾਂ ਪੁਆਇੰਟਰ ਦੇ ਬੇਸ 'ਤੇ ਕਰਾਂਗੇ। ਹੁਣ ਪੁਆਇੰਟਰ ਦੀ ਕੀ ਇੱਥੇ ਤੁਹਾਡਾ ਫੀਚਰ ਹੈ ਕਿ ਪੁਆਇੰਟਰ ਆਫ ਬੇਸ ਕਲਾਸ, ਆਪਾਂ ਨੂੰ ਪੁਆਇੰਟਰ ਲੈਣਾ ਪੈਂਦਾ ਹਮੇਸ਼ਾ ਬੇਸ ਕਲਾਸ ਦਾ, ਕੈਨ ਹੋਲਡ ਦ ਐਡਰੈਸ ਆਫ ਡਿਰਾਈਵਡ ਕਲਾਸ। ਹੁਣ ਇਹ 'ਚ ਇੱਕ ਚੀਜ਼ ਯਾਦ ਰੱਖਣੀ ਕਿ ਡਿਰਾਈਵਡ ਕਲਾਸ ਦੇ ਪੁਆਇੰਟਰ ਦੇ ਵਿੱਚ ਆਪਾਂ ਬੇਸ ਕਲਾਸ ਦਾ ਐਡਰੈਸ ਨਹੀਂ ਪਾ ਸਕਦੇ, ਬਟ ਬੇਸ ਕਲਾਸ ਦੇ ਵਿੱਚ ਅਸੀਂ ਡਿਰਾਈਵਡ ਕਲਾਸ ਦਾ ਐਡਰੈਸ ਪਾ ਸਕਦੇ ਹਾਂ, ਠੀਕ ਹੈ। ਮਤਲਬ ਜਿਹੜਾ ਪੇਰੈਂਟ ਹੈ ਉਹ ਆਪਣੇ ਬੱਚੇ ਦਾ ਐਡਰੈਸ ਜਿਹੜਾ ਹੈ ਉਹ ਹੋਲਡ ਕਰ ਸਕਦਾ, ਬਟ ਜਿਹੜਾ ਬੱਚਾ ਹੈ ਉਹ ਪੇਰੈਂਟ ਦਾ ਐਡਰੈਸ ਹੋਲਡ ਨਹੀਂ ਕਰ ਸਕਦਾ, ਠੀਕ ਹੈ। ਸੋ ਇੱਥੇ ਹੁਣ ਆਪਾਂ ਕੀ ਕਰਾਂਗੇ, ਅਸੀਂ A ਕਲਾਸ ਦਾ ਯਾਨੀ ਕਿ A ਕਲਾਸ ਦਾ ਕੀ ਬਣਾਵਾਂਗੇ, ਇੱਕ ਸਟਾਰ ਪੁਆਇੰਟਰ। ਮਤਲਬ A ਕਲਾਸ ਦਾ ਕੀ ਲੈ ਲਿਆ ਹੁਣ, ਸਟਾਰ ਪੁਆਇੰਟਰ। ਪੁਆਇੰਟਰ ਕੀ ਹੁਣ ਹੋ ਗਿਆ ਇੱਥੇ ਆਬਜੈਕਟ ਪੁਆਇੰਟਰ ਹੋ ਗਿਆ, ਠੀਕ ਹੈ, ਆਬਜੈਕਟ ਪੁਆਇੰਟਰ ਹੋ ਗਿਆ। ਹੁਣ ਅਸੀਂ ਕੀ ਕਰਾਂਗੇ, ਹੁਣ ਮੈਨੂੰ ਅਲੱਗ ਤੋਂ ਲਿਖ ਦੇਣਾ, A ਦਾ ਆਪਾਂ ਸਟਾਰ ਪੁਆਇੰਟਰ ਲੈ ਲਿਆ ਯਾਨੀ ਕਿ ਬੇਸ ਕਲਾਸ ਦਾ ਲੈ ਲਿਆ, B ਦਾ ਤੁਸੀਂ ਆਬਜੈਕਟ 1 ਬਣਾਓਗੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ C ਦਾ ਆਬਜੈਕਟ 2 ਬਣਾਓਗੇ, ਠੀਕ ਹੈ। ਹੁਣ
ਤੁਸੀਂ ਕੀ ਕਰੋਗੇ, ਤੁਸੀਂ ਪਹਿਲਾਂ ਅਗਰ ਕਾਲ ਕਰ ਦਿਓ PTR ਦੇ ਨਾਲ, ਹੁਣ ਇਹਦੇ ਨਾਲ ਐਰੋ ਆਪਰੇਟਰ ਲੱਗਦਾ, ਜਦੋਂ ਆਪਾਂ ਪੁਆਇੰਟਰ ਦੇ ਨਾਲ ਆਬਜੈਕਟ ਦੇ ਮੈਂਬਰਸ ਨੂੰ ਅਸੈਸ ਕਰਨ ਦੀ ਕੋਸ਼ਿਸ਼ ਕਰਦੇ ਸਾਨੂੰ ਪੁਆਇੰਟਰ ਵੇਰੀਏਬਲ ਲਾਉਣਾ ਪੈਂਦਾ। ਹੁਣ ਅਗਰ ਪੁਆਇੰਟਰ ਦੇ ਨਾਲ ਆਪਾਂ ABC ਲਾਉਂਦੇ ਆ ਤੇ ਇਹ ਹੁਣ ਕਿਹਨੂੰ ਕਾਲ ਕਰੂਗਾ, A ਕਲਾਸ ਦੇ ABC ਨੂੰ, ਬਿਕੋਜ਼ ਪੁਆਇੰਟਰ ਫਿਲਹਾਲ ਕਿਹਦਾ ਹੈ, A ਕਲਾਸ ਦਾ, ਉਹ 'ਚ ਐਡਰੈਸ ਵੀ ਆਪਾਂ ਕਿਸੇ ਦਾ ਨਹੀਂ ਪਾਇਆ, ਕਿਸੇ ਹੋਰ ਦਾ ਨਹੀਂ ਪਾਇਆ, ਤੇ ਇਹਦਾ ਮਤਲਬ ਫਿਲਹਾਲ ਆਪਣੇ ਆਪ ਨੂੰ ਹੀ ਪੁਆਇੰਟ ਕਰ ਰਿਹਾ, ਠੀਕ ਹੈ, ਆਪਣੇ ਆਪ ਦਾ ਹੀ ਉਹਨੇ ਐਡਰੈਸ ਹੋਲਡ ਕੀਤਾ ਹੈ। ਜੇ ਆਪਣੇ ਆਪ ਦਾ ਐਡਰੈਸ ਹੋਲਡ ਕੀਤਾ ਹੈ ਇਹਦਾ ਮਤਲਬ A ਦੇ ABC ਨੂੰ ਕਾਲ ਕਰੂਗਾ। ਹੁਣ ਅਗਰ ਮੈਂ ਇੱਥੇ ਇੱਦਾਂ ਲਿਖ ਦਵਾਂ ਪੁਆਇੰਟਰ ਇਜ਼ ਇਕੁਅਲ ਟੂ ਐਡਰੈਸ ਆਫ OBJ1, ਇਹਦਾ ਮਤਲਬ ਐਡਰੈਸ ਕਿਹਦਾ ਚਲਾ ਗਿਆ, OBJ1 ਦਾ ਪੁਆਇੰਟਰ ਚਲਾ ਗਿਆ। ਤੇ ਤੁਸੀਂ ਹੁਣ ਜਦੋਂ ਪੁਆਇੰਟਰ ਦੇ ਨਾਲ ABC ਨੂੰ ਕਾਲ ਕਰੋਗੇ ਤੇ ਹੁਣ ਇਹਦੇ ਵਿੱਚ ਐਡਰੈਸ ਕਿਹਦਾ ਹੋਣਾ ਚਾਹੀਦਾ, ਆਬਜੈਕਟ 1 ਦਾ। ਆਬਜੈਕਟ 1 ਕਿਹਨੂੰ ਬਿਲੋਂਗ ਕਰਦਾ, B ਨੂੰ। ਇਹਦਾ ਮਤਲਬ ਹੁਣ ਕਿਹਦਾ ਕਾਲ ਹੋਣਾ ਚਾਹੀਦਾ, ABC B ਦਾ। ਅਗਰ ਹੁਣ ਤੁਸੀਂ ਇਸ ਪੁਆਇੰਟਰ ਦੇ ਵਿੱਚ ਐਡਰੈਸ ਆਫ OBJ2 ਪਾ ਦਿੰਦੇ ਹੋ, ਇਹਦਾ ਮਤਲਬ ਤੁਹਾਡਾ ਪੁਆਇੰਟਰ ਹੁਣ ਜਿਹੜਾ ਕਿਹਨੂੰ ਪੁਆਇੰਟ ਕਰ ਰਿਹਾ, C ਨੂੰ ਪੁਆਇੰਟ ਕਰ ਰਿਹਾ। ਤੇ ਅਗਰ ਤੁਸੀਂ ਹੁਣ ABC ਨੂੰ ਕਾਲ ਕਰਦੇ ਹੋ ਤੇ ਇਹਦਾ ਮਤਲਬ ਕਿਹਦਾ ਕਾਲ ਹੋਣਾ ਚਾਹੀਦਾ, C ਕਲਾਸ ਦਾ ABC ਜਿਹੜਾ ਹੈ ਉਹ ਕਾਲ ਹੋਣਾ ਚਾਹੀਦਾ, ਠੀਕ ਹੈ। ਹੁਣ ਅਗਰ ਤੁਸੀਂ ਇਹਨਾਂ ਤਿੰਨਾਂ ਸਟੇਟਮੈਂਟਸ ਨੂੰ ਦੇਖੋ, 1 ਆ 2 ਆ 3, ਇਹਨਾਂ ਤਿੰਨਾਂ ਸਟੇਟਮੈਂਟਸ 'ਚ ਫਰਕ ਕੋਈ ਨਹੀਂ ਹੈ, ਨਾਮ ਬਿਲਕੁਲ ਸੇਮ ਹੈ, ਲਿਖਿਆ ਵੀ ਆਪਾਂ ਬਿਲਕੁਲ ਸੇਮ ਹੈ, ਬਟ ਐਗਜ਼ੀਕਿਊਸ਼ਨ ਅਲੱਗ-ਅਲੱਗ ਹੋ ਰਹੀ ਹੈ। ਇੱਕ ਵਾਰੀ A ਦਾ ABC ਚੱਲਿਆ, ਇੱਕ ਵਾਰੀ B ਦਾ, ਇੱਕ ਵਾਰੀ C ਦਾ। ਇਟ ਮੀਨਸ ਸਾਡੀ ਪੋਲੀਮੋਰਫਿਜ਼ਮ ਹੁਣ ਹੋਈ ਹੈ। ਸੋ ਇਟ ਮੀਨਸ ਇਫ ਯੂ ਵਾਂਟ ਟੂ ਯੂਜ਼ ਦ runtime, if you want to implement the runtime polymorphism in C++, in that case you have to use the pointers, ਤੁਹਾਨੂੰ pointers ਦਾ ਯੂਜ਼ ਕਰਨਾ ਪਊਗਾ। ਫਿਲਹਾਲ ਤੁਸੀਂ ਇੱਥੇ ਇੰਨਾ ਸਮਝੋ, ਠੀਕ ਹੈ, ਇੰਨਾ ਕਲੀਅਰ ਹੋ ਜਾਣਾ ਚਾਹੀਦਾ ਕਿ ਆਪਾਂ ਬੇਸ ਕਲਾਸ ਦਾ ਪੁਆਇੰਟਰ ਲੈਂਦੇ ਹਾਂ ਔਰ ਉਹਦੇ ਵਿੱਚ ਡਰਾਈਵਡ ਕਲਾਸ ਦੇ ਐਡਰੈਸ ਪਾ ਦਿੰਦੇ ਹਾਂ, ਯਾਨੀ ਕਿ ਡਰਾਈਵਡ ਕਲਾਸ ਦੇ ਆਬਜੈਕਟ ਦਾ ਐਡਰੈਸ ਆਪਾਂ ਪਾਤਾ, ਇੱਥੇ ਵੀ ਪਾਤਾ, ਇੱਥੇ ਵੀ ਪਾਤਾ, ਡਿਪੈਂਡਿੰਗ ਅਪੋਨ ਕੰਟੈਂਟਸ ਆਫ ਦਿਸ ਪੁਆਇੰਟਰ B ਜਿਹੜਾ ਕਾਲ ਹੋਣਾ ਚਾਹੀਦਾ, ਮਤਲਬ ਉਹਦੇ ਜਿਹੜੇ ਫੰਕਸ਼ਨ ਦਾ ਕਾਲ ਹੋਣੇ ਚਾਹੀਦੇ। ਹੁਣ ਸਾਡਾ ਇੱਥੇ ਪੋਲੀਮੋਰਫਿਜ਼ਮ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਗਏ, ਨਾਮ ਸਾਡੇ ਸੇਮ ਹੋ ਗਏ, ਕੰਮ ਅਲੱਗ-ਅਲੱਗ ਹੋ ਗਏ। ਇਹ ਵਾਲਾ ABC A ਨੂੰ ਬਿਲੋਂਗ ਕਰਦਾ, ਇਹ ਵਾਲਾ B ਨੂੰ, ਇਹ ਵਾਲਾ C ਨੂੰ, ਪਰ ਨਾਮ ਸਾਰਿਆਂ ਦਾ ਸੇਮ ਹੈ, ਕਾਲ ਕਰਨ ਦਾ ਤਰੀਕਾ ਸਾਰਿਆਂ ਦਾ ਸੇਮ ਹੈ, ਠੀਕ ਹੈ। ਇੱਥੇ ਤੱਕ ਆਪਾਂ ਪਹੁੰਚ ਗਏ। ਹੁਣ ਅਗਲਾ ਦੇਖੋ, ਹੁਣ ਇਹਦਾ ਪ੍ਰੋਗਰਾਮ ਸਿੰਪਲ। ਹੁਣ ਤੁਸੀਂ ਇੱਕ ਕਲਾਸ ਬੇਸ ਲੈ ਲਈ, ਠੀਕ ਹੈ, ਪਬਲਿਕ ਲੈ ਲਿਆ, ਵੋਇਡ ਡਿਸਪਲੇ ਲੈ ਲਿਆ। ਹੁਣ ਇੱਥੇ ਡਿਸਪਲੇ ਨਾਮ ਦਾ ਇੱਕ ਫੰਕਸ਼ਨ ਬਣਾਤਾ। ਇਹ ਕੀ ਪ੍ਰਿੰਟ ਕਰ ਰਿਹਾ, ਬੇਸ ਕਲਾਸ ਡਿਸਪਲੇ, ਕਿ ਬੇਸ ਕਲਾਸ ਦੇ ਡਿਸਪਲੇ ਨੂੰ ਕਾਲ ਕੀਤੀ ਹੈ। ਅੱਗੇ ਡਿਰਾਈਵਡ 1 ਕਲਾਸ ਲੈ ਲਈ, ਇਹ ਪਬਲਿਕਲੀ ਇਨਹੈਰਿਟ ਕੀਤੀ ਬੇਸ ਤੋਂ। ਇੱਥੇ ਡਿਰਾਈਵਡ 2 ਕਲਾਸ ਲੈ ਲਈ, ਪਬਲਿਕਲੀ ਇਨਹੈਰਿਟ ਕੀਤੀ ਬੇਸ ਤੋਂ। ਦੋਨਾਂ ਦੇ ਵਿੱਚ ਡਿਸਪਲੇ ਲਗਾਤੇ। ਇੱਥੇ ਲਿਖਤਾ ਡਿਰਾਈਵਡ 1 ਦਾ ਡਿਸਪਲੇ, ਇੱਥੇ ਲਿਖਤਾ ਡਿਰਾਈਵਡ 2 ਦਾ ਡਿਸਪਲੇ, ਠੀਕ ਹੈ। ਹੁਣ ਜੋ ਆਪਾਂ ਕੰਸੈਪਟ ਪੜ੍ਹਿਆ ਉਹਦੇ ਅਕੋਰਡਿੰਗ ਬੇਸ ਕਲਾਸ ਦਾ ਅਸੀਂ ਪੁਆਇੰਟਰ ਲੈ ਲਿਆ, ਡਿਰਾਈਵਡ ਕਲਾਸ ਦਾ D1 ਆਬਜੈਕਟ ਲੈ ਲਿਆ, ਡਿਰਾਈਵਡ 2 ਦਾ D2 ਲੈ ਲਿਆ। ਪਹਿਲਾਂ ਆਪਾਂ ਕੀ ਕੀਤਾ, ਪੁਆਇੰਟਰ ਦੇ ਵਿੱਚ ਡਿਰਾਈਵਡ D1 ਦਾ ਐਡਰੈਸ ਪਾਇਆ, ਐਡਰੈਸ ਆਫ D1 ਪਾਇਆ। ਇਹਦਾ ਮਤਲਬ ਹੁਣ ਜਦੋਂ ਆਪਾਂ ਡਿਸਪਲੇ ਕਾਲ ਕਰਾਂਗੇ ਤਾਂ D1 ਕਿਹਨੂੰ ਬਿਲੋਂਗ ਕਰਦਾ, DER ਨੂੰ, ਯਾਨੀ ਕਿ ਪ੍ਰਿੰਟ ਕੀ ਹੋਣਾ ਚਾਹੀਦਾ, ਡਿਰਾਈਵਡ 1 ਕਲਾਸ ਡਿਸਪਲੇ। ਇੱਥੇ ਆਹ ਚੀਜ਼ ਡਿਸਪਲੇ ਹੋਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਆਪਾਂ ਕਾਲ ਕੀਤੀ ਪੁਆਇੰਟਰ 2 ਦੇ ਵਿੱਚ ਐਡਰੈਸ ਕਿਹਦਾ ਪਾਤਾ, ਸੈਕੰਡ ਆਬਜੈਕਟ ਦਾ, ਯਾਨੀ ਕਿ ਡਿਰਾਈਵਡ 2 ਦਾ, ਆਹ ਵਾਲਾ ਆਬਜੈਕਟ ਆਪਾਂ ਪਾ ਦਿੱਤਾ ਇੱਥੇ। ਉਸ ਕੇਸ ਜਦੋਂ ਹੁਣ ਆਪਾਂ ਕਾਲ ਕਰਾਂਗੇ ਤਾਂ ਸਾਡਾ ਆਹ ਵਾਲਾ ਮੈਥਡ ਚੱਲਣਾ ਚਾਹੀਦਾ। ਇਹਦਾ ਮਤਲਬ ਇੱਥੇ ਪ੍ਰਿੰਟ ਕੀ ਹੋਣਾ ਚਾਹੀਦਾ, ਡਿਰਾਈਵਡ 2 ਕਲਾਸ ਡਿਸਪਲੇ, ਠੀਕ ਹੈ। ਬਟ ਐਕਚੁਅਲ 'ਚ ਇਹਦੀ ਜਿਹੜੀ ਆਊਟਪੁੱਟ ਹੈ ਉਹ ਕੀ ਆਊਗੀ, ਇਹਦੀ ਐਕਚੁਅਲ ਆਊਟਪੁੱਟ ਕੀ ਆਊਗੀ, ਪਹਿਲੀ ਵਾਰੀ ਆਊਗੀ ਬੇਸ ਕਲਾਸ ਡਿਸਪਲੇ, ਸੈਕੰਡ ਟਾਈਮ ਵੀ ਕੀ ਆਊਗੀ, ਬੇਸ ਕਲਾਸ ਡਿਸਪਲੇ। ਹੁਣ ਪ੍ਰੋਬਲਮ ਕੀ ਆਈ, ਹੁਣ ਸਾਡਾ ਕੰਸੈਪਟ ਸਹੀ ਹੈ, ਆਪਾਂ ਕਹਿ ਰਹੇ ਵੀ ਐਡਰੈਸ ਅਸੀਂ D1 ਦਾ ਪਾਇਆ ਅਤੇ ਜਿਹੜਾ ਪੁਆਇੰਟਰ ਹੈ ਉਹ ਹੁਣ ਉਹ D1 ਨੂੰ ਬਿਲੋਂਗ ਕਰ ਰਿਹਾ ਅਤੇ D1 ਦੇ ਡਿਸਪਲੇ ਨੂੰ ਅਗਰ ਕਾਲ ਕਰੇ ਤਾਂ ਡਿਰਾਈਵਡ 1 ਆਉਣਾ ਚਾਹੀਦਾ। ਔਰ ਅਗਰ D2 ਨੂੰ ਨੈਕਸਟ ਟਾਈਮ ਅਗਰ D2 ਦਾ ਐਡਰੈਸ ਆਪਾਂ ਪੁਆਇੰਟਰ 'ਚ ਪਾਇਆ ਅਤੇ D2 ਦਾ ਡਿਸਪਲੇ ਕਾਲ ਹੋਣਾ ਚਾਹੀਦਾ, ਇਹਦਾ ਮਤਲਬ ਡਿਰਾਈਵਡ 2 ਦਾ ਕਲਾਸ ਡਿਸਪਲੇ ਹੋਣਾ ਚਾਹੀਦਾ, ਠੀਕ ਹੈ। ਮਤਲਬ ਸਾਡਾ ਕੰਸੈਪਟ ਠੀਕ ਹੈ, ਥਿਊਰੀ ਠੀਕ ਹੈ, ਸਭ ਕੁਝ ਠੀਕ ਹੈ, ਬਟ ਫਿਰ ਵੀ ਜਿਹੜੀ ਸਾਡੀ ਆਊਟਪੁੱਟ ਆ ਉਹ ਗਲਤ ਆਊਗੀ। ਆਊਟਪੁੱਟ ਕੀ ਆਊਗੀ, ਦੋਨੋਂ ਵਾਰੀ ਆਊਗੀ ਬੇਸ ਕਲਾਸ ਦਾ ਡਿਸਪਲੇ। ਹੁਣ ਇਹ ਕਿਉਂ ਆਊਗੀ, ਕਿਉਂਕਿ ਇੱਥੇ C++ ਕੀ ਕਹਿੰਦੀ ਹੈ ਕਿ ਜਦੋਂ ਵੀ ਉਹ ਬੇਸ ਕਲਾਸ ਦਾ ਪੁਆਇੰਟਰ ਲੈਂਦਾ ਹੈ, ਜਦੋਂ ਵੀ ਤੁਸੀਂ ਬੇਸ ਕਲਾਸ ਦਾ ਪੁਆਇੰਟਰ ਲੈਂਦੇ ਹੋ ਔਰ ਉਸ ਪੁਆਇੰਟਰ ਦੇ ਨਾਲ ਤੁਸੀਂ ਜਦੋਂ ਵੀ ਕਿਸੇ ਫੰਕਸ਼ਨ ਨੂੰ ਕਾਲ ਕਰਦੇ ਹੋ, ਜਿੱਦਾਂ ਇੱਥੇ ਆਪਾਂ ਡਿਸਪਲੇ ਨਾਲ ਕਾਲ ਕਰ ਰਹੇ ਹਾਂ, ਠੀਕ ਹੈ, ਜਿਹੜਾ ਕੰਪਾਈਲਰ ਹੈ ਇਟ ਲੁਕਸ ਫॉर टाइप ऑफ पॉइंटर,
ਜਿਹੜਾ ਕੰਪਾਈਲਰ ਹੈ ਉਹ ਸਿਰਫ ਇਹ ਦੇਖਦਾ ਕਿ ਪੁਆਇੰਟਰ ਦੀ ਟਾਈਪ ਕਿਹੜੀ ਹੈ। ਹੁਣ ਆਪਾਂ ਇਹ ਪਹਿਲੀ ਗੱਲ ਕੀਤੀ ਕਿ ਪੁਆਇੰਟਰ ਦੀ ਟਾਈਪ ਉਹੀ ਹੋਣੀ ਚਾਹੀਦੀ ਜੋ ਵੇਰੀਏਬਲ ਦੀ ਟਾਈਪ ਹੈ। ਹੁਣ ਇੱਥੇ ਵੇਰੀਏਬਲ ਦੀ ਟਾਈਪ ਹੈਗੀ ਡਿਰਾਈਵਡ ਅਤੇ ਜਿਹੜਾ ਪੁਆਇੰਟਰ ਦੀ ਟਾਈਪ ਹੈਗੀ ਬੇਸ, ਠੀਕ ਹੈ। ਬਟ C++ ਦਾ ਇਹ ਵੀ ਰੂਲ ਹੈਗਾ ਕਿ ਡਿਰਾਈਵਡ ਕਲਾਸ ਦਾ ਐਡਰੈਸ ਆਪਾਂ ਸਿਰਫ ਪਾਈ ਬੇਸ 'ਚ ਸਕਦੇ ਹਾਂ, ਇਸ ਕਰਕੇ ਸਾਨੂੰ ਬੇਸ ਦਾ ਪੁਆਇੰਟਰ ਲੈਣਾ ਪਿਆ। ਸੋ ਕੀ ਕਰ ਰਿਹਾ ਤੁਹਾਡਾ ਕੰਪਾਈਲਰ, ਸਿਰਫ ਪੁਆਇੰਟਰ ਨੂੰ ਦੇਖ ਰਿਹਾ ਕਿ ਉਹਦੀ ਟਾਈਪ ਕੀ ਹੈ, ਜੋ ਕਿ ਹੈ ਬੇਸ। ਇਸ ਕਰਕੇ ਜਦੋਂ ਵੀ ਤੁਸੀਂ ਉਹਦੇ ਨਾਲ ਕਾਲ ਕਰਦੇ ਹੋ, ਇਟ ਇਗਨੋਰਸ ਦ ਕੰਟੈਂਟਸ ਆਫ ਪੁਆਇੰਟਰ। ਕੰਟੈਂਟਸ ਆਫ ਪੁਆਇੰਟਰ ਯਾਨੀ ਕਿ ਉਹਦੇ ਵਿੱਚ ਆਪਾਂ ਐਡਰੈਸ ਕਿਹਦਾ ਪਾ ਰਹੇ ਹਾਂ, ਆਬਜੈਕਟ D1 ਦਾ ਐਡਰੈਸ ਪਾ ਰਹੇ ਹਾਂ ਜਾਂ D2 ਦਾ ਐਡਰੈਸ ਪਾ ਰਹੇ ਹਾਂ। ਇਸ ਚੀਜ਼ ਨੂੰ ਉਹ ਇਗਨੋਰ ਕਰ ਰਿਹਾ, ਮਤਲਬ ਉਹਦੇ ਕੰਟੈਂਟਸ ਨੂੰ ਇਗਨੋਰ ਕਰ ਰਿਹਾ, ਸਿਰਫ ਟਾਈਪ ਨੂੰ ਹੀ ਚੈੱਕ ਕਰ ਰਿਹਾ। ਸੋ ਇਹਦਾ ਮਤਲਬ ਸਾਨੂੰ ਹੁਣ ਇਹੋ ਜਿਹਾ ਇੱਕ ਤਰੀਕਾ ਚਾਹੀਦਾ ਜਿਹਦੇ ਨਾਲ ਉਹ ਸਾਡੇ ਕੰਟੈਂਟਸ ਨੂੰ ਇਗਨੋਰ ਨਾ ਕਰੇ, ਬਲਕਿ ਇਹਨੂੰ ਉਹ ਕੰਸੀਡਰ ਕਰੇ। ਬਾਕੀ ਸਾਡੀ ਥਿਊਰੀ ਇੱਥੇ ਤੱਕ ਸਾਰੀ ਸਹੀ ਹੈ। ਹੁਣ ਇੱਥੇ ਇੱਕ ਨਵਾਂ ਸਾਨੂੰ ਚੀਜ਼ ਪਤਾ ਲੱਗੀ ਕਿ ਜਿਹੜਾ C++ ਹੈ, ਜਦੋਂ ਵੀ ਤੁਸੀਂ ਪੁਆਇੰਟਰ ਦੇ ਨਾਲ ਯੂਜ਼ ਕਰਦੇ ਹੋ ਤਾਂ ਉਹ ਪੁਆਇੰਟਰ ਦੀ ਟਾਈਪ ਦਿਖਦਾ, ਜੋ ਨੋਰਮਲੀ ਆਪਾਂ ਬੇਸ ਕਲਾਸ ਲੈਂਦੇ ਹਾਂ। ਅਤੇ ਤੁਸੀਂ ਜਿੰਨੀ ਮਰਜ਼ੀ ਵਾਰ ਕਿਸੇ ਫੰਕਸ਼ਨ ਨੂੰ ਕਾਲ ਕਰੀ ਜਾਓ, ਅਗਰ ਉਹ ਫੰਕਸ਼ਨ ਬੇਸ ਨਾਮ ਸੇਮ ਹੈ ਸਾਰੀ ਕਲਾਸਿਸ 'ਚ, ਅਤੇ ਉਹਨੇ ਹਮੇਸ਼ਾ ਬੇਸ ਕਲਾਸ ਦੇ ਫੰਕਸ਼ਨ ਨੂੰ ਹੀ ਕਾਲ ਕਰਨੀ, ਉਹਨੇ ਡਿਰਾਈਵਡ ਕਲਾਸ ਦੇ ਸੇਮ ਫੰਕਸ਼ਨ ਨੂੰ ਕਾਲ ਨਹੀਂ ਕਰਨੀ। ਇਟ ਮੀਨ ਸਾਡੀ ਪੋਲੀਮੋਰਫਿਜ਼ਮ ਇੱਥੇ ਇੰਪਲੀਮੈਂਟ ਨਹੀਂ ਹੋ ਰਹੀ। ਸੋ ਇਹਨੂੰ ਇੰਪਲੀਮੈਂਟ ਕਰਨ ਲਈ ਹੁਣ ਫਾਈਨਲੀ ਜੋ ਆਪਾਂ ਸਟੱਡੀ ਕਰਨਾ ਚਾਹੁੰਦੇ ਹਾਂ, ਅਸੀਂ ਕੀ ਸਟੱਡੀ ਕਰਾਂਗੇ, ਵਰਚੁਅਲ ਫੰਕਸ਼ਨਸ। ਵਰਚੁਅਲ ਫੰਕਸ਼ਨਸ ਦੇ ਵਿੱਚ ਫ਼ਰਕ ਕੀ ਹੈ, ਸਾਰਾ ਪ੍ਰੋਗਰਾਮ ਸੇਮ ਹੈ ਜੋ ਸਾਡਾ ਪੁਰਾਣਾ ਸੀਗਾ। ਫ਼ਰਕ ਕੀ ਪਿਆ, ਅਸੀਂ ਸਿਰਫ ਬੇਸ ਕਲਾਸ ਦੇ ਫੰਕਸ਼ਨ ਦੇ ਅੱਗੇ ਆਹ ਵਰਚੁਅਲ ਕੀਵਰਡ ਲਗਾ ਦੇਣਾ, ਦੈਟਸ ਇਟ। ਹੁਣ ਜਦੋਂ ਤੁਸੀਂ ਇੱਥੇ ਵਰਚੁਅਲ ਲਗਾ ਦਿੱਤਾ ਅਤੇ ਉਹਦੇ ਨਾਲ ਕੰਪਾਈਲਰ ਜਦੋਂ ਵਰਚੁਅਲ ਨੂੰ ਪੜ੍ਹ ਲੈਂਦਾ, ਫਿਰ ਕੰਪਾਈਲਰ ਕੀ ਦੇਖਦਾ ਹੈ ਕਿ ਪੁਆਇੰਟਰ ਦੇ ਕੰਟੈਂਟ ਕੀ ਹੈ। ਇੱਥੇ ਉਹਨੇ ਕੀ ਦੇਖਣਾ, ਪੁਆਇੰਟਰ ਦਾ ਕੰਟੈਂਟ ਕੀ ਹੈ। ਲਾਸਟ ਕੇਸ ਦੇ ਵਿੱਚ ਉਹ ਇੱਥੇ ਕੀ ਦਿਖ ਰਿਹਾ ਸੀ, ਸਿਰਫ ਉਹ ਟਾਈਪ ਦਿਖ ਰਿਹਾ ਸੀ। ਇਸ ਕਰਕੇ ਉਹਦੀ ਆਊਟਪੁੱਟ ਹਮੇਸ਼ਾ ਜਿਹੜੀ ਬੇਸ ਕਲਾਸ ਦਾ ਡਿਸਪਲੇ ਹੀ ਆ ਰਹੀ ਸੀ। ਬਟ ਹੁਣ ਇੱਥੇ ਕੀ ਕਰੂਗਾ, ਉਹ ਕੰਟੈਂਟ ਦੇਖੂਗਾ। ਜਦੋਂ ਕੰਟੈਂਟ ਦੇਖੂਗਾ ਤਾਂ D1 ਆਊਗਾ, ਅਤੇ D1 ਦਾ ਡਿਸਪਲੇ ਦੇ ਅਕੋਰਡਿੰਗ ਕੀ ਪ੍ਰਿੰਟ ਹੋਣਾ ਚਾਹੀਦਾ, ਡਿਰਾਈਵਡ 1 ਡਿਸਪਲੇ। ਇਹਦਾ ਮਤਲਬ ਇੱਥੇ ਆਊਟਪੁੱਟ ਦੇ ਵਿੱਚ ਹੁਣ ਕੀ ਡਿਸਪਲੇ ਹੋਊਗਾ, ਡਿਰਾਈਵਡ 1 ਦਾ ਡਿਸਪਲੇ। ਅਤੇ ਜਦੋਂ ਨੈਕਸਟ ਟਾਈਮ ਉਹਨੇ ਇੱਥੇ ਪੁਆਇੰਟਰ ਦੇ ਡਿਸਪਲੇ ਨੂੰ ਕਾਲ ਕੀਤਾ ਤਾਂ ਉਹਨੇ ਦੇਖਣਾ ਕਿ ਪੁਆਇੰਟਰ ਦਾ ਹੁਣ ਕੰਟੈਂਟ ਕੀ ਹੈ। ਪੁਆਇੰਟਰ ਦਾ ਕੰਟੈਂਟ ਹੈਗਾ D2। ਉਹਨੇ ਦੁਬਾਰਾ ਫਿਰ ਕੰਟੈਂਟ ਨੂੰ ਕੰਸੀਡਰ ਕਰਨਾ, ਟਾਈਪ ਨੂੰ ਕੰਸੀਡਰ ਨਹੀਂ ਕਰਨਾ। ਜਦੋਂ ਕੰਟੈਂਟ ਨੂੰ ਕੰਸੀਡਰ ਕੀਤਾ ਅਤੇ D2 ਦਾ ਡਿਸਪਲੇ ਕੌਣ ਹੈ, ਆਹ ਵਾਲਾ ਹੈ, ਅਤੇ ਤੁਹਾਡੀ ਆਊਟਪੁੱਟ ਕੀ ਆਊਗੀ, ਡਿਰਾਈਵਡ 2 ਦਾ ਕਲਾਸ ਡਿਸਪਲੇ। ਸੋ ਹੁਣ ਫਾਈਨਲੀ ਜਿਹੜੀ ਸਾਡੀ ਪੋਲੀਮੋਰਫਿਜ਼ਮ ਹੈ ਅਸੀਂ ਉਹ ਕਰ ਪਾਏ। ਸੋ ਇਹ ਹੋਏ ਰਨ ਟਾਈਮ ਪੋਲੀਮੋਰਫਿਜ਼ਮ। ਮਤਲਬ ਆਪਾਂ ਰਨ ਟਾਈਮ 'ਤੇ ਡਿਸਾਈਡ ਕੀਤਾ ਬੇਸਡ ਔਨ ਦਾ ਕੰਟੈਂਟਸ ਆਫ ਪੁਆਇੰਟਰ ਕਿ ਆਪਾਂ ਨੂੰ ਕਿਹੜਾ ਫੰਕਸ਼ਨ ਜਿਹੜਾ ਹੈ ਕਾਲ ਕਰਨਾ ਹੈ, ਠੀਕ ਹੈ। ਇਹਨੂੰ ਬੁੱਕ ਦੇ ਵਿੱਚ ਜਿਹੜਾ ਹੈ ਰਨ ਟਾਈਮ ਨੂੰ ਲੇਟ ਬਾਈਂਡਿੰਗ ਵੀ ਲਿਖਿਆ ਹੁੰਦਾ। ਕਈ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਇੱਦਾਂ ਆਉਂਦਾ ਕਿ ਵਾਟ ਡੂ ਯੂ ਮੀਨ ਬਾਈ ਲੇਟ ਬਾਈਂਡਿੰਗ, ਇਹਦਾ ਮਤਲਬ ਵੀ ਰਨ ਟਾਈਮ ਪੋਲੀਮੋਰਫਿਜ਼ਮ ਹੈ। ਔਰ ਕੰਪਾਈਲ ਟਾਈਮ ਨੂੰ ਇਹਨਾਂ ਨੇ ਕਈ ਵਾਰੀ ਅਰਲੀ ਬਾਈਂਡਿੰਗ ਵੀ ਲਿਖਿਆ ਹੁੰਦਾ, ਠੀਕ ਹੈ। ਉਹਦਾ ਮਤਲਬ ਵੀ ਕੰਪਾਈਲ ਟਾਈਮ ਪੋਲੀਮੋਰਫਿਜ਼ਮ ਹੈ। ਬਾਈਂਡਿੰਗ ਮਤਲਬ ਹੁੰਦਾ ਬੰਨਣਾ, ਠੀਕ ਹੈ, ਬਾਂਧਣਾ ਹਿੰਦੀ ਮੇਂ। ਅਤੇ ਤੁਸੀਂ ਜਦੋਂ ਇੱਥੇ ਲੇਟ ਬਾਈਂਡਿੰਗ ਦਾ ਮਤਲਬ ਕੀ ਹੈ ਵੀ ਕਿਹੜੇ ਫੰਕਸ਼ਨ ਨੂੰ ਤੁਸੀਂ ਆਊਟਪੁੱਟ ਦੇ ਨਾਲ ਬੰਨਣਾ ਹੈ, ਉਹ ਡਿਸੀਜਨ ਲੈਂਦੇ ਤੁਸੀਂ ਲੇਟ ਰਨ ਟਾਈਮ 'ਤੇ ਲਾਸਟ ਪੁਆਇੰਟ 'ਤੇ, ਇਸ ਕਰਕੇ ਉਹਨੂੰ ਲੇਟ ਕਹਿ ਦਿੰਦੇ ਆ। ਜਦੋਂ ਤੁਸੀਂ ਆਹ ਡਿਸੀਜਨ ਕੰਪਾਈਲ ਟਾਈਮ 'ਤੇ ਕਰ ਲੈਂਦੇ, ਜਿਹੜਾ ਤੁਸੀਂ ਫੰਕਸ਼ਨ ਓਵਰਲੋਡਿੰਗ ਅਤੇ ਆਪਰੇਟਰ ਓਵਰਲੋਡਿੰਗ 'ਚ ਕਰਦੇ ਹੋ, ਉਹਦੇ ਵਿੱਚ ਕਿਉਂਕਿ ਆਪਾਂ ਪੁਆਇੰਟਰਸ ਦਾ ਯੂਜ਼ ਨਹੀਂ ਕਰਦੇ, ਇਹਦਾ ਮਤਲਬ ਉਹ ਸਾਰਾ ਕੰਮ ਕੰਪਾਈਲ ਟਾਈਮ 'ਤੇ ਹੁੰਦਾ ਹੈ। ਅਤੇ ਜਦੋਂ ਕੰਪਾਈਲ ਟਾਈਮ 'ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਆਹ ਫੰਕਸ਼ਨ ਕਿਹਨੂੰ ਬਿਲੋਂਗ ਕਰਦਾ ਜਾਂ ਇਹਨੂੰ ਕਦੋਂ ਰਨ ਕਰਨਾ, ਤੁਸੀਂ ਸਾਰੇ ਡਿਸੀਜਨ ਪਹਿਲਾਂ ਹੀ ਲੈ ਲੈਂਦੇ ਹੋ, ਇਸ ਕਰਕੇ ਉਹਨੂੰ ਅਰਲੀ ਬਾਈਂਡਿੰਗ ਕਹਿੰਦੇ ਆ, ਠੀਕ ਹੈ। ਇਹ ਹੋ ਗਏ ਤੁਹਾਡੇ ਵਰਚੁਅਲ ਫੰਕਸ਼ਨਸ। ਇਸ ਤੋਂ ਬਾਅਦ ਆਉਂਦਾ ਤੁਹਾਡਾ ਇੱਕ ਟੌਪਿਕ ਆਉਂਦਾ ਪਿਓਰ ਵਰਚੁਅਲ ਫੰਕਸ਼ਨਸ। ਹੁਣ ਵਰਚੁਅਲ ਫੰਕਸ਼ਨ ਅਤੇ ਪਿਓਰ ਵਰਚੁਅਲ ਫੰਕਸ਼ਨ 'ਚ ਕੀ ਫ਼ਰਕ ਹੈ, ਸਿਰਫ ਇੰਨਾ ਫ਼ਰਕ ਹੈ, ਵਰਚੁਅਲ ਫੰਕਸ਼ਨ ਦੇ ਵਿੱਚ ਤੁਸੀਂ ਵਰਚੁਅਲ ਵੋਇਡ ਡਿਸਪਲੇ, ਉਸ ਤੋਂ ਬਾਅਦ ਤੁਸੀਂ ਬੋਡੀ ਲਿਖਦੇ ਹੋ, ਠੀਕ ਹੈ। ਜਦ ਕਿ ਪਿਓਰ ਵਰਚੁਅਲ ਫੰਕਸ਼ਨ ਦੇ ਵਿੱਚ ਤੁਸੀਂ ਬੋਡੀ ਇਨਕਲੂਡ ਨਹੀਂ ਕਰਦੇ, ਤੁਸੀਂ ਸਿੰਪਲ ਕੀ ਲਿਖਦੇ ਹੋ, ਵਰਚੁਅਲ ਰਿਟਰਨ ਟਾਈਪ, ਫੰਕਸ਼ਨ ਦਾ ਨਾਮ ਬ੍ਰੇਸਿਸ ਇਜ਼ ਇਕੁਅਲ ਟੂ 0, ਇਹ ਤੋਂ ਬਾਅਦ ਸੈਮੀਕੋਲਨ, ਠੀਕ ਹੈ। ਤੁਸੀਂ ਇੰਨਾ ਸਿਰਫ ਲਿਖਦੇ ਹੋ। ਇਹਨੂੰ ਆਪਾਂ ਕਹਿੰਦੇ ਪਿਓਰ ਵਰਚੁਅਲ ਫੰਕਸ਼ਨ। ਹੁਣ ਵਰਚੁਅਲ ਫੰਕਸ਼ਨ ਅਤੇ ਪਿਓਰ ਵਰਚੁਅਲ ਫੰਕਸ਼ਨ ਦਾ ਫ਼ਰਕ ਕੀ ਹੈ, ਲੋਡ ਕੀ ਹੈ। ਹੁਣ ਕਈ ਵਾਰੀ ਕੀ ਹੁੰਦਾ, ਅਸੀਂ ਕਹਿੰਦੇ ਕਿ ਪੇਰੈਂਟ
ਜਿੱਦਾਂ ਕਹਿ ਲਓ ਕਿ ਕਿਸੇ ਪੇਰੈਂਟ ਨੇ ਕੰਪਲਸ਼ਨ ਲਗਾਤੀ ਕਿ ਮੇਰੇ ਬੱਚੇ ਜਿਹੜੇ ਆ ਆਹ ਵਾਲਾ ਫੰਕਸ਼ਨ ਦਾ ਪਰਫਾਰਮ ਕਰਨਗੇ ਹੀ ਕਰਨਗੇ, ਪਰ ਮੈਂ ਉਹਨਾਂ ਨੂੰ ਦੱਸਣਾ ਨਹੀਂ ਵੀ ਕਰਨਾ ਕਿੱਦਾਂ। ਜਿਹੜੇ ਬੱਚੇ ਇਸ ਫੰਕਸ਼ਨ ਨੂੰ ਪਰਫਾਰਮ ਕਰਨਗੇ ਜਾਂ ਆਹ ਵਾਲਾ ਕੰਮ ਕਰਨਗੇ ਉਹ ਮੇਰੇ ਬੱਚੇ ਕਹਿਲਾਣਗੇ, ਅਦਰਵਾਈਜ਼ ਉਹ ਨਹੀਂ ਕਹਿਲਾਣਗੇ। ਤੁਸੀਂ ਇਸ ਤਰ੍ਹਾਂ ਇਸ ਨੂੰ ਸਮਝ ਸਕਦੇ ਹੋ ਕਿ ਉਹਨੇ ਕਹਿਤਾ ਕਿ ਵਰਚੁਅਲੀ ਮੈਂ ਵੋਇਡ ਡਿਸਪਲੇ ਨਾਮ ਦਾ ਫੰਕਸ਼ਨ ਮੇਰੇ ਕੋਲ ਹੈਗਾ, ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਮੈਂ ਤੁਹਾਨੂੰ ਨਹੀਂ ਦੱਸ ਰਿਹਾ, ਮੈਂ ਉਹਦੇ ਅੱਗੇ 0 ਲਗਾਤਾ। ਅਗਰ ਹੁਣ ਤੁਸੀਂ ਮੈਨੂੰ ਆਪਣਾ ਮਤਲਬ ਇਹ ਪੇਰੈਂਟ ਬਣਾਉਣਾ ਚਾਹੁੰਦੇ ਹੋ, ਅਗਰ ਕੋਈ ਕਲਾਸ ਨੂੰ ਆਪਣਾ ਪੇਰੈਂਟ ਬਣਾਉਣਾ ਚਾਹੁੰਦੀ ਹੈ ਤਾਂ ਉਸ ਕਲਾਸ ਨੂੰ ਆਹ ਵਾਲਾ ਪਿਓਰ ਵਰਚੁਅਲ ਫੰਕਸ਼ਨ ਡਿਫਾਈਨ ਕਰਨਾ ਹੀ ਪੈਣਾ, ਜੋ ਮਰਜ਼ੀ ਹੋ ਜੇ। ਇਨ ਕੇਸ ਮੰਨ ਲਓ ਆਪਾਂ ਕਲਾਸ ਇੱਥੇ ਡਰਾਈਵ ਟੂ ਜਿਹੜੀ ਲਿਖੀ ਹੈ ਇਹਦੇ ਵਿੱਚ ਆਪਾਂ ਵੋਇਡ ਡਿਸਪਲੇ ਨੂੰ ਆ ਜਿਹੜੀ ਡੈਫੀਨੇਸ਼ਨ ਹੈ ਇਹਦੀ ਨਹੀਂ ਦਿੰਦੇ, ਇਹਨੂੰ ਆਪਾਂ ਕਾਂਟਾ ਮਾਰ ਦਿੰਦੇ। ਅਗਰ ਤੁਸੀਂ ਡੈਫੀਨੇਸ਼ਨ ਨਹੀਂ ਦਿੰਦੇ ਤਾਂ ਇਸ ਕਲਾਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਇਹ ਕਲਾਸ ਇਹਨੂੰ ਆਪਣਾ ਪੇਰੈਂਟ ਕਹਿ ਸਕੇ। ਮਤਲਬ ਇੱਥੇ ਐਰਰ ਆ ਜਾਊਗਾ, ਸਿੱਧਾ ਕਹਿਣ ਦਾ ਮਤਲਬ ਕਿ ਅਗਰ ਬਾਈ ਚਾਂਸ ਤੁਹਾਡੇ ਕੋਲ, ਜਿੱਦਾਂ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਪ੍ਰੋਗਰਾਮਿੰਗ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਜਿੱਦਾਂ ਹੁਣ ਤੁਹਾਡਾ ਫਾਈਨਲ, ਜਿੱਦਾਂ ਮੰਨ ਲਓ ਤੁਹਾਡੇ ਐਗਜ਼ਾਮ ਹੋਣੇ ਹੈ ਨਾ, ਅਤੇ ਆਪਾਂ ਕਹਿੰਦੇ ਵੀ ਫਾਈਨਲ ਐਗਜ਼ਾਮ ਦੇ ਵਿੱਚ ਫਾਈਨਲ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਆਪਣੇ ਰੋਲ ਨੰਬਰ ਦੀ ਐਂਟਰੀ ਜਾਂ ਕਹਿ ਲਓ ਕਿ ਕੁਛ ਕੈਲਕੂਲੇਸ਼ਨਸ ਜਾਂ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ ਕਿ ਆਪਾਂ ਕੋਈ ਕੰਮ ਤੁਹਾਨੂੰ ਕਹਤਾ ਵੀ ਤੁਸੀਂ ਕੰਪਲਸਰੀ ਆ ਚੀਜ਼ ਕਰਨੀ ਜਿੱਦਾਂ ਆਪਾਂ ਕਹਤਾ ਕਿ ਤੁਸੀਂ ਫੀਸ ਵਾਲਿਆਂ ਕੋਲੋਂ ਫੀਸ ਆਪਣੀ ਕਲੀਅਰ ਕਰਾ ਕੇ ਆਉਣੀ, ਅਗਰ ਤੁਹਾਡੇ ਕੋਲ ਨੋ ਡਿਊ ਸਲਿੱਪ ਹੋਊਗੀ ਤਾਂ ਹੀ ਅਸੀਂ ਤੁਹਾਨੂੰ ਰੋਲ ਨੰਬਰ ਦੇਵਾਂਗੇ, ਅਦਰਵਾਈਜ਼ ਨਹੀਂ ਦੇਵਾਂਗੇ। ਹੁਣ ਹਰ ਬੱਚੇ 'ਤੇ ਕੰਪਲਸ਼ਨ ਹੋ ਗਈ, ਠੀਕ ਹੈ। ਸੋ ਉਸ ਕੰਪਲਸ਼ਨ ਨੂੰ ਲਾਉਣ ਲਈ ਆਪਾਂ ਕੀ ਕਰਾਂਗੇ, ਆਪਾਂ ਇੱਕ ਬੇਸ ਕਲਾਸ ਬਣਾ ਦਾਂਗੇ, ਉਹਦੇ ਵਿੱਚ ਲਿਖ ਦਾਂਗੇ ਕਲੀਅਰ ਫੀਸ ਦਾ ਇੱਕ ਫੰਕਸ਼ਨ ਲਗਾ ਦਾਂਗੇ। ਹੁਣ ਜਿਹੜੇ ਬੱਚੇ ਨੇ ਕਲੀਅਰ ਫੀਸ ਆਪਣੀ ਕੀਤੀ ਹੋਊਗੀ ਉਹਨੂੰ ਅਸੀਂ ਰੋਲ ਨੰਬਰ ਦੇਵਾਂਗੇ, ਅਦਰਵਾਈਜ਼ ਨਹੀਂ ਦੇਵਾਂਗੇ। ਸੋ ਪ੍ਰੈਕਟੀਕਲੀ ਆਪਾਂ ਪਿਓਰ ਵਰਚੁਅਲ ਫੰਕਸ਼ਨ ਨੂੰ ਇਸ ਤਰ੍ਹਾਂ ਯੂਜ਼ ਕਰ ਲੈਂਦੇ, ਠੀਕ ਹੈ। ਸੋ ਇਹਨੂੰ ਹੁਣ ਜਿਹੜਾ ਮੈਂ ਤੁਹਾਡੇ ਤਿੰਨੇ ਪ੍ਰੋਗਰਾਮ ਹੈ ਇੱਕ ਵਾਰੀ ਰਨ ਕਰਕੇ ਦਿਖਾ ਦਿੰਦਾ। ਵੈਸੇ ਇਹਦਾ ਜਿਹੜਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਅਗਰ ਤੁਸੀਂ ਦੇਖੋ ਤਾਂ ਇਹਦਾ ਡਿਫਰੈਂਸ ਆਉਂਦਾ ਹੁੰਦਾ ਕਿ ਵਰਚੁਅਲ ਫੰਕਸ਼ਨ ਅਤੇ ਪਿਓਰ ਵਰਚੁਅਲ ਫੰਕਸ਼ਨ 'ਚ ਫ਼ਰਕ ਕੀ ਹੈ। ਅਤੇ ਤੁਸੀਂ ਕਹਿਣਾ ਹੁੰਦਾ ਕਿ ਪਿਓਰ ਵਰਚੁਅਲ ਫੰਕਸ਼ਨ 'ਚ ਡੈਫੀਨੇਸ਼ਨ ਹੁੰਦੀ, ਇਹਦੇ ਵਿੱਚ ਡੈਫੀਨੇਸ਼ਨ ਨਹੀਂ ਹੁੰਦੀ, ਠੀਕ ਹੈ। ਇਟ ਇਜ਼ ਨੋਟ ਕੰਪਲਸਰੀ, ਇਹ ਕੰਪਲਸਰੀ ਨਹੀਂ ਹੈ ਫॉर ਡਿਰਾਈਵਡ ਕਲਾਸਿਸ ਲਈ ਕੰਪਲਸਰੀ ਨਹੀਂ ਹੈ ਕਿ ਉਹ ਦੁਬਾਰਾ ਇਹਨੂੰ ਰੀਡਿਫਾਈਨ ਕਰ। ਇਟ ਇਜ਼ ਨੋਟ ਕੰਪਲਸਰੀ ਫॉर ਡਿਰਾਈਵਡ ਕਲਾਸਿਸ ਟੂ ਰੀਡਿਫਾਈਨ, ਕਿਉਂਕਿ ਉਹਨੇ ਆਲਰੇਡੀ ਤਾਂ ਉੱਪਰ ਇੱਕ ਵਾਰੀ ਡਿਫਾਈਨ ਕਰ ਦਿੱਤਾ ਹੁੰਦਾ, ਇੱਥੇ ਉਹਨੇ ਡਿਫਾਈਨ ਕਰ ਦਿੱਤਾ ਹੋਇਆ, ਆਹ ਡਿਫਾਈਨ ਕਰ ਦਿੱਤਾ ਹੋਇਆ। ਹੁਣ ਤੁਸੀਂ ਉਹਨੂੰ ਦੁਬਾਰਾ ਡਿਫਾਈਨ ਕਰਨਾ ਨਹੀਂ ਕਰਨਾ ਤੁਹਾਡੀ ਇੱਛਾ ਹੈ। ਬਟ ਇਨ ਕੇਸ ਆਫ ਪਿਓਰ ਵਰਚੁਅਲ ਫੰਕਸ਼ਨ ਇਟ ਇਜ਼ ਕੰਪਲਸਰੀ ਟੂ ਡਿਫਾਈਨ, ਇੱਥੇ ਕੰਪਲਸਰੀ ਹੈ, ਕੰਪਲਸਰੀ ਟੂ ਰੀਡਿਫਾਈਨ। ਅਗਰ ਕਿਸੇ ਡਰਾਈਵਡ ਕਲਾਸ ਨੇ ਉਸ ਬੇਸ ਕਲਾਸ ਤੋਂ ਇਨਹੈਰੀਟੈਂਸ ਕਰਨੀ ਹੈ ਅਤੇ ਉਹਨੂੰ ਜਿਹੜਾ ਹੈ ਪਿਓਰ ਵਰਚੁਅਲ ਫੰਕਸ਼ਨ ਨੂੰ ਡਿਫਾਈਨ ਕਰਨਾ ਹੀ ਪੈਣਾ। ਇਟ ਇਜ਼ ਕੰਪਲਸਰੀ ਟੂ ਰੀਡਿਫਾਈਨ ਬਾਈ ਦ ਡਿਰਾਈਵਡ ਕਲਾਸ, ਠੀਕ ਹੈ। ਉਸ ਤੋਂ ਤੁਸੀਂ ਕਹਿ ਸਕਦੇ ਹੋ ਕਿ ਇਟ ਇਜ਼ ਇਨੀਸ਼ਲਾਈਜ਼ ਟੂ 0, ਇਟ ਇਜ਼ ਨੋਟ ਇਨੀਸ਼ਲਾਈਜ਼ ਟੂ 0, ਠੀਕ ਹੈ। ਇਸ ਤਰ੍ਹਾਂ ਤੁਸੀਂ ਇਹਦੇ ਜਿਹੜੇ ਕੁਛ ਬੇਸਿਕ ਜੇ ਹੈ ਡਿਫਰੈਂਸ ਜਿਹੜੇ ਤੁਸੀਂ ਦੇ ਸਕਦੇ ਹੋ, ਠੀਕ ਹੈ। ਐਗਜ਼ਾਮ 'ਚ ਨੋਰਮਲੀ ਤਾਂ ਡਿਫਰੈਂਸ ਆਉਂਦਾ ਹੁੰਦਾ ਜਾਂ ਸਿੰਪਲ ਕੁਐਸਚਨ ਪਿਓਰ ਵਰਚੁਅਲ ਫੰਕਸ਼ਨ ਦਾ ਵੀ ਆ ਜਾਂਦਾ। ਅਤੇ ਮੈਂ ਦੁਬਾਰਾ ਇੱਕ ਵਾਰੀ ਰਿਵਾਈਜ਼ ਕਰ ਦਿੰਦਾ ਕਿ ਪੋਲੀਮੋਰਫਿਜ਼ਮ ਵਿਦ ਪੁਆਇੰਟ, ਪਹਿਲੀ ਗੱਲ ਤਾਂ ਆਪਾਂ ਨੂੰ ਪੋਲੀਮੋਰਫਿਜ਼ਮ ਕਹਿੰਦੇ ਕਿਹਨੂੰ ਹੈ, ਆਪਾਂ ਉਹ ਗੱਲ ਕਰ ਲਈ। ਪੁਆਇੰਟਰਸ ਦੀ ਗੱਲ ਕਰ ਲਈ ਕਿ ਪੁਆਇੰਟਰਸ ਜਿਹੜੇ ਕਿਸੇ ਇੱਕ ਐਡਰੈਸ ਪਹਿਲਾਂ ਆਪਾਂ ਗੱਲ ਕਰ ਲਈ ਕਿ ਜਿਹੜੇ ਪੁਆਇੰਟਰਸ ਹੈਗੇ ਆ ਉਹਨਾਂ ਦੀ ਲੋੜ ਹੈ ਅਗਰ ਆਪਾਂ ਪੋਲੀਮੋਰਫਿਜ਼ਮ ਨੂੰ ਇੰਪਲੀਮੈਂਟ ਕਰਨਾ ਹੈ, ਠੀਕ ਹੈ। ਪੁਆਇੰਟਰਸ ਦੀ ਸਾਨੂੰ ਲੋੜ ਹੈ ਅਗਰ ਆਪਾਂ ਪੋਲੀਮੋਰਫਿਜ਼ਮ ਨੂੰ ਇੰਪਲੀਮੈਂਟ ਕਰਨਾ ਹੈ। ਉਸ ਤੋਂ ਬਾਅਦ ਪੁਆਇੰਟਰਸ ਕੀ ਹੁੰਦੇ ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਤਾ ਕਿ ਪੁਆਇੰਟਰ ਦੀ ਜਿਹੜੀ ਟਾਈਪ ਹੁੰਦੀ ਉਹ ਸੇਮ ਐਜ਼ ਦੈਟ ਆਫ ਟਾਈਪ ਹੁੰਦੀ ਹੈ ਜਿਹਦਾ ਤੁਸੀਂ ਐਡਰੈਸ ਹੋਲਡ ਕਰਨਾ ਹੁੰਦਾ। ਪੁਆਇੰਟਰਸ ਜਿਹੜੇ ਆ ਉਹ ਐਡਰੈਸ ਹੋਲਡ ਕਰਕੇ ਰੱਖਦੇ ਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਕਿ ਬੇਸ ਕਲਾਸ ਅਤੇ ਡਿਰਾਈਵਡ ਕਲਾਸ ਅਗਰ ਬਣਦੀਆਂ, ਅਗਰ ਬੇਸ ਕਲਾਸ 'ਚ ਵੀ ਇੱਕ ਫੰਕਸ਼ਨ ਹੈ ਔਰ ਉਹੀ ਫੰਕਸ਼ਨ ਡਿਰਾਈਵਡ ਕਲਾਸ ਦਾ ਹੈ, ਔਰ ਅਗਰ ਤੁਸੀਂ ਨਾਰਮਲੀ ਡਿਰਾਈਵਡ ਕਲਾਸ ਦਾ ਆਬਜੈਕਟ ਬਣਾਉਂਦੇ ਹੋ ਔਰ ਉਸ ਸੇਮ ਨੇਮ ਫੰਕਸ਼ਨ ਨੂੰ ਕਾਲ ਕਰਦੇ ਹੋ ਅਤੇ ਫੰਕਸ਼ਨ ਜਿਹੜਾ ਹੈ ਤੁਹਾਡਾ ਹਮੇਸ਼ਾ ਡਿਰਾਈਵਡ ਕਲਾਸ ਦਾ ਹੀ ਕਾਲ ਹੋਊਗਾ, ਠੀਕ ਹੈ। ਫੰਕਸ਼ਨ ਕਦੀ ਵੀ ਤੁਹਾਡਾ ਬੇਸ ਕਲਾਸ ਦਾ ਕਾਲ ਨਹੀਂ ਹੋਊਗਾ। ਅਤੇ ਅਗਰ ਆਪਾਂ ਅਲੱਗ-ਅਲੱਗ ਆਬਜੈਕਟ ਬਣਾਉਂਦੇ ਹਾਂ ਤਾਂ ਸਾਡਾ ਜਿਹੜਾ ਸੇਮ ਨੇਮ ਵਾਲਾ ਕੰਸੈਪਟ ਆ ਉਹ ਜਾਂਦਾ ਲੱਗਦਾ, ਉਹਦੇ ਲਈ ਆਪਾਂ ਕਿਹਨੂੰ ਯੂਜ਼ ਕਰਦੇ, ਪੁਆਇੰਟਰਸ ਨੂੰ, ਠੀਕ ਹੈ। ਪੁਆਇੰਟਰ ਆਪਾਂ ਹਮੇਸ਼ਾ ਕਿਹਦਾ ਯੂਜ਼ ਕਰਦੇ, ਬੇਸ ਕਲਾਸ ਦਾ। ਬੇਸ ਕਲਾਸ ਦਾ ਪੁਆਇੰਟਰ ਡਿਰਾਈਵਡ ਕਲਾਸ ਦੇ ਐਡਰੈਸ ਨੂੰ ਹੋਲਡ ਕਰਕੇ ਰੱਖ ਸਕਦਾ। ਇੱਥੇ ਜਿਸ ਤਰ੍ਹਾਂ ਆਪਾਂ ਤਿੰਨਾਂ ਨੂੰ ਕੀਤਾ ਅਤੇ ਥਿਊਰੀ ਦੇ ਅਕੋਰਡਿੰਗ ਜਿਹੜਾ ਸਾਡਾ ਕੰਮ ਹੋਣਾ ਚਾਹੀਦਾ ਸੀ ਕਿ ਆਪਾਂ ਇੱਕ ਵਾਰੀ ਐਡਰੈਸ ਬੀ ਕਲਾਸ ਦਾ ਪਾਤਾ ਯਾਨੀ ਕਿ ਡਿਰਾਈਵਡ ਦਾ ਪਾਤਾ ਅਤੇ ਡਿਰਾਈਵਡ ਦਾ ABC ਕਾਲ ਹੋਣਾ ਚਾਹੀਦਾ, ਦੂਜੀ ਵਾਰ ਆਪਾਂ C ਦਾ ਪਾਤਾ ਅਤੇ C ਦਾ ਹੋਣਾ ਚਾਹੀਦਾ ਸੀ।
ਬਟ ਜਦੋਂ ਆਪਾਂ ਇਹਨੂੰ ਐਕਚੁਅਲ 'ਚ ਪ੍ਰੈਕਟੀਕਲ ਇੰਪਲੀਮੈਂਟ ਕਰਦੇ ਇਹ ਚੀਜ਼ ਪੋਸੀਬਲ ਨਹੀਂ ਹੈ, ਬਿਕੋਜ਼ ਜਿਹੜਾ ਕੰਪਾਈਲਰ ਹੈ ਉਹ ਹਮੇਸ਼ਾ ਪੁਆਇੰਟਰ ਦੀ ਟਾਈਪ ਦਿਖਦਾ ਐਂਡ ਇਟ ਇਗਨੋਰਸ ਦਾ ਕੰਟੈਂਟ ਆਫ ਦਾ ਪੁਆਇੰਟਰ ਦੇ ਕੰਟੈਂਟਸ ਨੂੰ ਇਗਨੋਰ ਕਰ ਦਿੰਦਾ। ਅਤੇ ਆਪਾਂ ਚਾਹੁੰਦੇ ਕੀ ਹੈ ਵੀ ਹੁਣ ਇਹਨੂੰ ਕੰਸੀਡਰ ਕਰਿਓ। ਇਸ ਚੀਜ਼ ਨੂੰ ਕੰਸੀਡਰ ਕਰਨ ਲਈ ਆਪਾਂ ਕਿਹਦਾ ਯੂਜ਼ ਕਰਦੇ ਹਾਂ, ਵਰਚੁਅਲ ਫੰਕਸ਼ਨਸ ਦਾ। ਠੀਕ ਹੈ, ਵਰਚੁਅਲ ਫੰਕਸ਼ਨ ਹਮੇਸ਼ਾ ਬੇਸ ਕਲਾਸ 'ਚ ਹੋਣਗੇ, ਕਦੀ ਵੀ ਡਰਾਈਵਡ ਕਲਾਸ 'ਚ ਨਹੀਂ ਹੋਣਗੇ। ਅਤੇ ਤੁਸੀਂ ਕਿਸੇ ਫੰਕਸ਼ਨ ਨੂੰ ਵਰਚੁਅਲ ਡਿਕਲੇਅਰ ਕਰਨ ਲਈ ਕੀ ਕਰਨਾ, ਸਿਰਫ ਉਹਦੇ ਅੱਗੇ ਵਰਚੁਅਲ ਲਿਖ ਦੇਣਾ। ਠੀਕ ਹੈ, ਜਦੋਂ ਤੁਸੀਂ ਵਰਚੁਅਲ ਲਿਖੋਗੇ ਦੈਨ ਦ ਪੁਆਇੰਟਰ ਵਿਲ ਸਟਾਰਟ ਕੰਸੀਡਰਿੰਗ ਦਾ ਕੰਟੈਂਟ ਇੰਸਟੈਡ ਆਫ ਇਟਸ ਟਾਈਪ। ਸੋ ਉਸ ਕੇਸ 'ਚ ਤੁਹਾਡੀ ਜਿਹੜੀ ਪੋਲੀਮੋਰਫਿਜ਼ਮ ਹੈ ਉਹ ਇੰਪਲੀਮੈਂਟ ਹੋ ਜਾਣੀ। ਠੀਕ ਹੈ, ਉਸ ਤੋਂ ਪਿਓਰ ਵਰਚੁਅਲ ਫੰਕਸ਼ਨ ਦੇ ਵਿੱਚ ਕੀ ਹੈ ਕਿ ਅਗਰ ਆਪਾਂ ਫੰਕਸ਼ਨ ਦੀ ਡੈਫੀਨੇਸ਼ਨ ਨਹੀਂ ਦਿੰਦੇ, ਉਹਨੂੰ ਇਨੀਸ਼ੀਅਲਾਈਜ਼ ਟੂ ਸਮਥਿੰਗ ਇਜ਼ ਇਕੁਅਲ ਟੂ 0 ਕਰ ਦਿੰਦੇ ਹਾਂ, ਅਤੇ ਉਸ ਕੇਸ 'ਚ ਤੁਹਾਡਾ ਜਿਹੜਾ ਵੀ ਕਲਾਸ ਉਸ ਬੇਸ ਕਲਾਸ ਤੋਂ ਇਨਹੈਰਿਟ ਹੋਈ ਹੋਊਗੀ ਉਹਨੂੰ ਕੰਪਲਸ਼ਨ ਹੈ ਕਿ ਉਸ ਫੰਕਸ਼ਨ ਨੂੰ ਉਹ ਡਿਫਾਈਨ ਕਰੇ ਹੀ ਕਰੇ, ਰੀਡਿਫਾਈਨ ਕਰੇ ਹੀ ਕਰੇ। ਅਗਰ ਉਹ ਰੀਡਿਫਾਈਨ ਨਹੀਂ ਕਰਦਾ ਤਾਂ ਉੱਥੇ ਐਰਰ ਆਊਗਾ। ਠੀਕ ਹੈ, ਹੁਣ ਆਹ ਤਿੰਨੇ ਪ੍ਰੋਗਰਾਮ ਜਿਹੜੇ ਮੈਂ ਤੁਹਾਨੂੰ ਰਨ ਕਰਕੇ ਵੀ ਦਿਖਾ ਦਿੰਦਾ। ਤੁਸੀਂ ਇੱਥੇ ਜਦੋਂ ਪਹਿਲਾਂ ਪੁਆਇੰਟਰ ਦਾ ਆਪਾਂ ਜਿਹੜੀ ਗੱਲ ਕੀਤੀ, ਮੈਂ ਸਿੰਪਲ ਉਹ ਕਰਕੇ ਤੁਹਾਨੂੰ ਦਿਖਾ ਰਿਹਾ ਰਨ, ਕਿ ਤੁਸੀਂ ਜਦੋਂ ਆਪਾਂ ਗੱਲ ਕੀਤੀ ਸੀ ਕਿ ਸੇਮ ਬੇਸ ਕਲਾਸ ਦਾ ਹੀ ਡਿਸਪਲੇ ਬਾਰ-ਬਾਰ ਆਉਂਦਾ ਜਾਊਗਾ। ਪਹਿਲਾਂ ਆਪਾਂ ਉਹ ਪ੍ਰੋਗਰਾਮ ਦੇਖ ਲੈਂਦੇ ਹਾਂ। ਉਹਦੀ ਮੈਡਮ ਸੈਟਿੰਗ ਕੀਤੀ ਹੋਈ ਨਹੀਂ, ਉਹਦੀ ਸੈਟਿੰਗ ਕੀਤੀ ਹੋਈ ਮੈਂ ਕਰ ਦਿੰਦਾ ਹੱਲ। ਹਾਂਜੀ, ਇੱਕ ਮਿੰਟ। ਤੁਸੀਂ ਅਗਰ ਇੱਥੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹਦਾ ਆਊਟਪੁੱਟ ਜਿਹੜੀ ਹੈ ਉਹ ਸੇਮ ਆਉਣੀ ਚਾਹੀਦੀ ਹੈ। ਦੇਖੋ ਦੁਬਾਰਾ 2 ਵਾਰੀ ਆ ਗਿਆ ਬੇਸ ਕਲਾਸ ਡਿਸਪਲੇ, ਬੇਸ ਕਲਾਸ ਡਿਸਪਲੇ। ਠੀਕ ਹੈ, ਜਦੋਂ ਤੁਸੀਂ ਓਪਨ ਕਰਦੇ ਹੋ ਆ ਵਰਚੁਅਲ ਵਾਲੇ ਨੂੰ, ਠੀਕ ਹੈ, ਅਤੇ ਇਹਦੇ 'ਚ ਜਿਹੜਾ ਹੈ ਤੁਹਾਡਾ ਡਿਰਾਈਵਡ ਕਲਾਸ 1 ਅਤੇ ਡਿਰਾਈਵਡ ਕਲਾਸ 2 ਦੋਨਾਂ ਦੀ ਡਿਸਪਲੇ ਆਉਣੀ ਚਾਹੀਦੀ। ਇਹੀ ਆਪਾਂ ਡਿਸਕਸ ਕੀਤਾ ਸੀ, ਇਹੀ ਆਉਣੀ ਚਾਹੀਦੀ। ਠੀਕ ਹੈ, ਤੁਸੀਂ ਇੱਥੇ ਇਹਨੂੰ ਰਨ ਕਰੋਗੇ, ਹੁਣ ਤੁਹਾਡੀ ਹੈਗੀ ਡਿਰਾਈਵਡ ਕਲਾਸ 1 ਦੀ ਡਿਸਪਲੇ, ਦੈਨ ਡਿਰਾਈਵਡ ਕਲਾਸ 2 ਦੀ ਡਿਸਪਲੇ। ਇਹਦਾ ਮਤਲਬ ਤੁਹਾਡਾ ਵਰਚੁਅਲ ਵਾਲਾ ਸਿਸਟਮ ਚੱਲ ਗਿਆ। ਪਿਓਰ ਵਰਚੁਅਲ ਫੰਕਸ਼ਨ ਦੇ ਵਿੱਚ ਵੀ ਆਊਟਪੁੱਟ 'ਚ ਕੋਈ ਫਰਕ ਨਹੀਂ ਪੈਣਾ, ਉਹਦੇ ਸਿਰਫ ਸਿੰਟੈਕਸ ਫਰਕ ਪੈਂਦਾ ਹੁੰਦਾ, ਮਤਲਬ ਐਰਰ ਆਉਂਦਾ ਹੁੰਦਾ। ਮੈਂ ਉਹ ਤੁਹਾਨੂੰ ਐਰਰ ਦਿਖਾ ਦਿੰਦਾ ਸਿਰਫ। ਫਿਲਹਾਲ ਜੇ ਤੁਸੀਂ ਇਹਨੂੰ ਵੈਸੇ ਵਿਦਾਊਟ ਐਰਰ ਕੋਈ ਚਲਾਓਗੇ ਤਾਂ ਆਊਟਪੁੱਟ 'ਚ ਕੋਈ ਫਰਕ ਨਹੀਂ ਹੁੰਦਾ, ਸਿਰਫ ਇਹ 'ਚ ਕੰਪਲਸ਼ਨ ਲਗਾਈ ਹੁੰਦੀ ਹੈ ਵੀ ਇਹਨੂੰ ਰੀਡਿਫਾਈਨ ਕਰਨਾ ਜ਼ਰੂਰੀ ਹੈ। ਅਗਰ ਰੀਡਿਫਾਈਨ ਨਹੀਂ ਕਰੋਗੇ ਤਾਂ ਐਰਰ ਆਊਗਾ। ਠੀਕ ਹੈ, ਇਹ ਤੁਸੀਂ ਕਰਕੇ ਵੀ ਦੇਖ ਸਕਦੇ ਹੋ। ਪੁਰਾਣੀ ਜਗ੍ਹਾ ਰੀਡਿਫਾਈਨ ਨਹੀਂ ਕਰੋਗੇ ਤਾਂ ਵੀ ਕੋਈ ਐਰਰ ਨਹੀਂ ਆਉਣਾ, ਇਹ 'ਚ ਆਉਣਾ ਹੀ ਆਉਣਾ। ਆਊਟਪੁੱਟ 'ਚ ਕੋਈ ਫਰਕ ਨਹੀਂ ਹੁੰਦਾ। ਇਹਦਾ ਫਰਕ ਇਹ ਹੁੰਦਾ ਵੀ ਜੇ ਬਾਈ ਚਾਂਸ ਮੈਂ ਇਹਨੂੰ ਡਿਰਾਈਵਡ 1 ਬੇਸ ਕਲਾਸ ਕੀਤੀ ਹੈ, ਅਗਰ ਬਾਈ ਚਾਂਸ ਮੈਂ ਇਹਨੂੰ ਇਸ ਤਰ੍ਹਾਂ ਸਟਾਰ ਕਰ ਦਿੰਦਾ ਕਿ ਮੈਂ ਇੱਥੇ ਡਿਸਪਲੇ ਨੂੰ ਰੀਡਿਫਾਈਨ ਨਹੀਂ ਕਰਨਾ ਚਾਹੁੰਦਾ, ਅਤੇ ਫਿਰ ਤੁਹਾਨੂੰ ਇਹ ਐਰਰ ਦਊਗਾ ਸਿੰਪਲ, ਕੈਨੋਟ ਕ੍ਰੀਏਟ ਇੰਸਟੈਂਸ ਆਫ ਐਬਸਟਰੈਕਟ ਕਲਾਸ DER1। ਠੀਕ ਹੈ, ਇਹ ਐਰਰ ਇਸ ਕਰਕੇ ਆ ਰਿਹਾ ਕਿਉਂਕਿ ਤੁਸੀਂ ਇਹਨੂੰ ਐਬਸਟਰੈਕਟ ਕਲਾਸ ਦਾ ਕੰਸੈਪਟ ਵੀ ਇਹੀ ਹੁੰਦਾ। ਉੱਦਾਂ ਐਬਸਟਰੈਕਟ ਦਾ ਮਤਲਬ ਹੁੰਦਾ ਵੀ ਤੁਸੀਂ ਪਹਿਲਾਂ ਕਹਿ ਤਾ ਵੀ ਮੈਂ ਵੋਇਡ ਡਿਸਪਲੇ ਨੂੰ ਇੰਪਲੀਮੈਂਟ ਕਰਾਂਗਾ, ਪਰ ਤੁਸੀਂ ਉਹਨੂੰ ਇੰਪਲੀਮੈਂਟ ਕੀਤਾ ਨਹੀਂ। ਇਹ ਐਰਰ ਆਉਣਾ ਹੀ ਆਉਣਾ। ਜੇ ਤੁਸੀਂ ਇਹਨੂੰ ਹਟਾ ਦਿਓਗੇ ਫਿਰ ਇਹ ਐਰਰ ਨਹੀਂ ਆਉਂਦਾ।